ਸੋ ਹੁਣ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕੱਲ੍ਹ ਆਜ਼ਾਦੀ ਦਿਵਸ ਹੈ, ਇੰਡੀਪੈਂਡੈਂਸ ਡੇ ਹੈ, ਤੇ ਉਹਦੇ ਨਾਲ ਸੰਬੰਧਿਤ ਜੋ ਅੱਜ ਦਾ ਅਸੀਂ ਵਿਸ਼ਾ ਲੈਣ ਜਾ ਰਹੇ ਹਾਂ, ਭਾਈ ਅਮਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ। ਉਹਨਾਂ ਨਾਲ ਫਤਿਹ ਦੀ ਸਾਂਝ ਕਰਦੇ ਹਾਂ ਜੀ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜੋ ਵਾਹਿਗੁਰੂ ਜੀ ਕਾ ਵਿਸ਼ਾ ਹੈ, ਭਾਈ ਅਮਰ ਸਿੰਘ ਜੀ ਲੈਣਗੇ। ਜੋ ਵਿਸ਼ਾ ਹੈ ਸਿੱਖਾਂ ਦਾ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ। ਮੈਂ ਬੇਨਤੀ ਕਰਾਂਗੀ ਕਿ ਵੀਰ ਜੀ ਇਸ ਵਿਸ਼ੇ ਨੂੰ ਆਰੰਭ ਕਰਨਗੇ ਜੀ। ਹਾਂਜੀ, ਇੱਕ ਮਿੰਟ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਮੇਰੀ ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਹਾਂਜੀ ਵੀਰ ਜੀ, ਆ ਰਹੀ ਹੈ। ਓਕੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਤਾਂ ਮੈਂ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਵਾਲੀ ਪੂਰੀ ਟੀਮ ਦਾ ਹੀ ਧੰਨਵਾਦ ਕਰਦਾ, ਕਿਉਂਕਿ ਜਿਨ੍ਹਾਂ ਨੇ ਮੈਨੂੰ ਫਿਰ ਮੌਕਾ ਦਿੱਤਾ ਕਿ ਮੈਂ ਆਪ ਜੀ ਦੇ ਨਾਲ ਕੁਝ ਗੁਰਮਤਿ ਵਿਚਾਰਾਂ ਨਾਲ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਿੱਖਾਂ ਦਾ ਜਿਹੜਾ ਯੋਗਦਾਨ ਹੈ ਉਹ ਕਿੰਨਾ ਕੁ ਸੀ, ਉਹਦੇ ਸੰਬੰਧ ਦੇ ਵਿੱਚ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨ ਲੱਗਾ। ਗਲਾ ਮੇਰਾ ਖਰਾਬ ਹੈ, ਕਾਫੀ ਦਿਨ ਦਾ ਜਿਹੜਾ ਵੈਦਰ ਚੱਲ ਰਿਹਾ ਉਹਦੇ ਕਰਕੇ, ਜਿਹੜਾ ਚੇਂਜ ਹੋਇਆ ਵੈਦਰ ਉਹਦੇ ਕਰਕੇ ਕਾਫੀ ਮੈਨੂੰ ਪ੍ਰੋਬਲਮ ਆ ਰਹੀ ਹੈ। ਲਗਭਗ ਪਿਛਲੇ 5-6 ਦਿਨ ਤੋਂ ਮੈਂ ਕਾਫੀ ਬਿਮਾਰ ਸੀਗਾ, ਮੇਰਾ ਗਲਾ ਕਾਫੀ ਸਹੀ ਨਹੀਂ ਸੀਗਾ। ਪਰ ਇਹ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਆਪ ਜੀ ਸਾਰਿਆਂ ਦੇ ਨਾਲ ਸਾਹਮਣੇ ਹੋਣਾ ਸੀਗਾ ਮੈਂ, ਇਸ ਕਰਕੇ ਗੁਰੂ ਸਾਹਿਬ ਜੀ ਨੇ ਗਲਾ ਥੋੜਾ ਜਿਹਾ ਚਲਾਇਆ। ਵੈਸੇ ਮੈਨੂੰ ਡਾਕਟਰ ਨੇ ਮਨਾ ਕੀਤਾ ਹੈ ਕਿ ਤੁਸੀਂ ਬੋਲਣਾ ਨਹੀਂ ਹੈ, ਪਰ ਫਿਰ ਵੀ ਮੈਂ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਦਾ ਹਾਂ ਜੀ। ਸੋ ਇੱਕ ਵਾਰੀ ਫੇਰ। ਹਾਂਜੀ ਭੈਣ ਜੀ। ਜੀ ਥੋੜਾ ਜਿਹਾ ਉੱਚੀ ਬੋਲਣਾ, ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ। ਮੈਂ ਉਹੀ ਦੱਸ ਰਿਹਾ ਜੀ, ਮੇਰਾ ਗਲਾ ਖਰਾਬ ਹੈ ਜਿਹਦੇ ਕਰਕੇ ਪ੍ਰੋਬਲਮ ਆ ਰਹੀ ਹੈ। ਫਿਰ ਵੀ ਇੱਕ ਮਿੰਟ ਮੈਂ ਦੇਖਦਾ ਜੀ, ਮੇਰੇ ਹੈਡਫੋਨ, ਹਾਂ ਏਅਰਪੋਰਟ ਤੇ ਠੀਕ ਹੈ। ਹਾਂਜੀ, ਹੁਣ ਆਵਾਜ਼ ਆ ਰਹੀ ਮੇਰੀ ਸਾਫ਼ ਜੀ? ਇੱਕ ਵਾਰੀ ਫੇਰ ਦੇਖ ਲਓ। ਹਾਂਜੀ, ਓਕੇ ਜੀ। ਹਾਂਜੀ, ਮੈਂ ਦੱਸ ਰਿਹਾ ਸੀਗਾ ਮੇਰਾ ਗਲਾ ਕਾਫੀ ਖਰਾਬ ਸੀਗਾ ਜਿਹਦੇ ਕਰਕੇ ਆਵਾਜ਼ ਨਹੀਂ ਨਿਕਲਦੀ। ਫਿਰ ਵੀ ਮੈਂ ਯਤਨ ਕਰਦਾ ਕਿ ਥੋੜਾ ਉੱਚੀ ਬੋਲਣ ਦਾ ਯਤਨ ਕਰਾਂ ਕਿ ਤੁਹਾਡੇ ਤੱਕ ਮੇਰੀ ਆਵਾਜ਼ ਪਹੁੰਚ ਸਕੇ। ਸੋ ਇੱਕ ਵਾਰੀ ਫਿਰ ਮੈਂ ਆਰੰਭ ਤੋਂ ਕਰਦਾ ਹਾਂ ਜੀ। ਸਾਰੀ ਟੀਮ ਦਾ ਐਜੂਕੇਸ਼ਨ ਪੰਜਾਬ ਪ੍ਰੋਜੈਕਟ, ਜਿਨ੍ਹਾਂ ਦੀ ਸੋਚ ਬੜੀ ਨਿਰਾਲੀ ਹੈ, ਔਰ ਸੋਚ ਉਹ ਹੈ ਕਿ ਸਾਡੇ ਪੰਜਾਬ ਦਾ ਕੁਝ ਬਣ ਸਕੇ। ਮੈਂ ਤਾਂ ਕਹਿੰਦਾ ਕਿ ਜਿੱਦਣ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਸ਼ੁਰੂ ਹੋਈ ਆ, ਮੈਂ ਕਹਿੰਦਾ ਕਿ ਉਦਣ ਹੀ ਆਜ਼ਾਦੀ ਮਿਲ ਗਈ ਹੈ ਸਾਨੂੰ, ਕਿਉਂਕਿ ਆਜ਼ਾਦੀ ਦਾ ਮਤਲਬ ਹੈ ਕਿ ਐਜੂਕੇਸ਼ਨ, ਠੀਕ ਹੈ ਜੀ। ਆਜ਼ਾਦੀ ਦਾ ਮਤਲਬ ਹੈ ਸਾਡਾ ਬੱਚਾ ਇੱਥੋਂ ਦਾ ਪੜ੍ਹਿਆ ਲਿਖਿਆ ਹੋਵੇ। ਪਰ ਠੀਕ ਹੈ, ਇੱਕ ਭਾਰਤ ਦੇ ਵਿੱਚੋਂ ਇਸ ਭਾਰਤ ਨੂੰ, ਵਿਸ਼ਾਲ ਭਾਰਤ ਨੂੰ ਆਜ਼ਾਦ ਕਰਨ ਦੇ ਲਈ ਜਿਹੜੀ ਲੀਕ ਕੀਤੀ ਗਈ ਸੀ 15 ਅਗਸਤ 1947 ਨੂੰ ਪਾਕਿਸਤਾਨ ਬਣੀ ਸੀ, ਅਸੀਂ ਉਸ ਲੀਕ ਨੂੰ ਯਾਦ ਕਰਦੇ ਹਾਂ। ਔਰ ਇਸ ਦੇਸ਼ ਦਾ ਬੜਾ ਵੱਡਾ ਕਰਜ਼ ਜਿਹੜਾ ਹੈ, ਦੇਸ਼ ਦਾ ਕਰਜ਼ ਜਿਹੜਾ ਆ ਉਹ ਸਿੱਖਾਂ ਦਾ ਕਰਜ਼ ਜਿਹੜਾ ਆ ਉਹ ਇਸ ਦੇਸ਼ ਦੇ ਵਿੱਚ ਹੈਗਾ। ਜੇ ਭਾਰਤ ਆਜ਼ਾਦ ਹੋਇਆ ਤੇ ਉਹਦਾ ਰੋਲ ਜਿਹੜਾ ਅਹਿਮ ਅਦਾ ਕੀਤਾ ਆ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ, ਉਹ ਸਿੱਖ ਕੌਮ ਦਾ ਆ। ਠੀਕ ਹੈ ਜੀ। ਕਿਤਾ ਰੱਖਿਓ, ਸਿਰ ਤੇ ਪੱਗ ਜਿਹੜੀ ਵੱਜਦੀ ਹੈ, ਜ਼ਰੂਰੀ ਨਹੀਂ ਕਿ ਹਰ ਇੱਕ ਪੱਗ ਵਾਲਾ ਸਰਦਾਰ ਹੋਏ, ਯਾਦ ਰੱਖਿਓ, ਜ਼ਰੂਰੀ ਨਹੀਂ ਹਰ ਇੱਕ ਪੱਗ ਵਾਲਾ ਸਰਦਾਰ ਹੋਵੇ। ਪਰ ਚੇਤਾ ਰੱਖਿਓ, ਜਿਨ੍ਹਾਂ ਸਰਦਾਰਾਂ ਦੇ ਸਿਰ ਤੇ ਪੱਗ ਆ ਉਹਨਾਂ ਦੇ ਕਿਰਦਾਰ ਵੀ ਬੜੇ ਉੱਚੇ ਹੁੰਦੇ ਨੇ, ਤੇ ਜਿਨ੍ਹਾਂ ਦੇ ਕਿਰਦਾਰ ਉੱਚੇ ਹੁੰਦੇ ਨੇ ਉਹ ਵਫਾਦਾਰ ਹੁੰਦੇ ਨੇ, ਤੇ ਜਿਹੜੇ ਵਫਾਦਾਰ ਹੁੰਦੇ ਨੇ ਉਹੀ ਦੇਸ਼ ਨੂੰ ਆਜ਼ਾਦ ਕਰਾਉਂਦੇ ਨੇ, ਉਹੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਅਹਿਮ ਰੋਲ ਅਦਾ ਕਰਦੇ। ਭਾਰਤ ਦੀ ਆਜ਼ਾਦੀ ਜਿਹੜੀ ਆ, ਇਸ ਤੋਂ ਪਹਿਲਾਂ ਮੈਂ ਦੱਸਦਾ ਜਾਵਾਂ ਕਿ ਜੀ ਭੈਣ ਜੀ, ਵੀ ਜੀ ਤੁਹਾਡੀ ਨਾ ਆਵਾਜ਼ ਕੁਝ ਸ਼ਾਇਦ ਨੈਟਵਰਕ ਐਰਰ ਕਰਕੇ ਕੱਟ ਰਹੀ ਹੈ ਥੋੜੀ ਜ਼ਿਆਦਾ ਕੱਟ ਰਹੀ। ਇੱਕ ਮਿੰਟ ਜੀ, ਮੈਂ ਯਤਨ ਕਰਦਾ ਆਪਣਾ ਮਾਈਕ ਚੇਂਜ ਕਰਦਾ। ਇੱਕ ਮਿੰਟ। ਹਾਂਜੀ, ਹੁਣ ਆਵਾਜ਼ ਮੇਰੀ ਕਿਵੇਂ ਆ ਰਹੀ ਜੀ? ਹਾਂਜੀ, ਹੁਣ ਬੈਟਰ ਹੈ। ਹੁਣ ਬੈਟਰ ਹੈ ਜੀ, ਚਲੋ ਠੀਕ ਹੈ। ਮੇਰੇ ਕੋਲ ਮਾਈਕ ਦੋ ਆ, ਮੈਂ ਇੱਕ ਯੂਜ਼ ਕਰ ਰਿਹਾ ਸੀ ਏਅਰਫੋਨ ਦਾ, ਤੇ ਇੱਕ ਜਿਹੜਾ ਸਾਹਮਣੇ ਆ ਮੇਰੇ ਕੋਲ ਕੈਮਰਾ, ਮੈਂ ਉਹਦਾ ਕਰ ਰਿਹਾ। ਚਲੋ ਹੁਣ ਆਵਾਜ਼ ਮੇ ਵੀ ਹੈ ਕਿ ਤੁਹਾਨੂੰ ਕਲੀਅਰ ਆਏਗੀ ਆਵਾਜ਼ ਸਾਰਿਆਂ ਨੂੰ। ਮੈਂ ਇੱਕ ਬੇਨਤੀ ਕੀਤੀ ਸੀ ਕਿ ਦਸਤਾਰ ਦੇ ਬਾਬਤ, ਫਿਰ ਇੱਕ ਵਾਰੀ ਧਿਆਨ ਨਾਲ ਸੁਣਿਓ। ਜ਼ਰੂਰੀ ਨਹੀਂ ਕਿ ਹਰ ਇੱਕ ਸਿਰ ਤੇ ਵੱਜੀ ਹੋਈ ਦਸਤਾਰ ਉਹ ਬੰਦਾ ਸਰਦਾਰ ਹੋਵੇ, ਪਰ ਜਿਸ ਸਰਦਾਰ ਦੇ ਬੰਦੇ ਦੇ, ਜਿਸ ਬੰਦੇ ਦੇ ਉੱਤੇ ਦਸਤਾਰ ਵੱਜੀ ਹੈ,
ਉਹਦਾ ਕਿਰਦਾਰ ਬੜਾ ਉੱਚਾ ਹੋਏਗਾ। ਸਾਨੂੰ ਕਿਰਦਾਰ ਤੋਂ ਪਤਾ ਲੱਗਦਾ ਹੈ ਕਿ ਉਹਦੀ ਜਿਹੜੀ ਪੱਗ ਹੈ ਉਹ ਕਿੰਨੀ ਉੱਚੀ ਹੈ, ਠੀਕ ਹੈ। ਜਿਹਦਾ ਕਿਰਦਾਰ ਉੱਚਾ ਹੈ ਉਹ ਵਫਾਦਾਰ ਹੋਏਗਾ, ਤੇ ਜਿਹੜਾ ਵਫਾਦਾਰ ਹੋਏਗਾ ਉਹੀ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਤੇ ਮਾਲਕ ਨੇ ਜਿਹੜੀ ਇਹ ਆਜ਼ਾਦੀ ਹੈ, ਜਿਹੜਾ ਆਜ਼ਾਦੀ ਦਾ ਨਿੱਘ ਜਿਹੜਾ ਇਹ ਭਾਰਤ ਦੇਸ਼ ਮਾਣ ਰਿਹਾ ਹੈ, ਚੇਤਾ ਰੱਖਿਓ ਇਸ ਆਜ਼ਾਦੀ ਦੇ ਲਈ ਜੋ ਸਭ ਤੋਂ ਘੱਟ ਹੈ, ਜੇ ਕਹਿ ਲਈਏ ਕਿ ਆਟੇ ਦੇ ਵਿੱਚ ਲੂਣ ਹੈ, ਸਿੱਖ ਕੌਮ ਆਟੇ 'ਚ ਲੂਣ ਹੈ। ਜੇ ਇੱਕ ਪਾਸੇ 100 ਰੁਪਈਆ ਤੇ ਇੱਕ ਪਾਸੇ 1 ਰੁਪਈਆ ਹੈ, ਇਸ ਭਾਰਤ ਦੇ ਵਿੱਚ ਸਿੱਖਾਂ ਦੀ ਆਬਾਦੀ ਸਿਰਫ 1 ਰੁਪਈਆ ਹੈ। ਪਰ ਜਦੋਂ ਸ਼ਹਾਦਤਾਂ ਦੀ ਗੱਲ ਆਉਂਦੀ ਹੈ, ਫਿਰ 10 ਦੇ ਪਿੱਛੇ 100 ਦੇ ਪਿੱਛੇ 80 ਬੰਦੇ ਜਿਹੜੇ ਆ ਉਹ ਸਿੱਖ ਕੁਰਬਾਨੀਆਂ ਸ਼ਹਾਦਤ ਸਿੱਖ ਦਿੰਦੇ ਨੇ। ਫਿਰ ਭਾਰਤ ਦੇ ਦੇਸ਼ ਦੇ ਮੂੰਹ ਦੇ ਉੱਤੇ ਲਾਲੀ ਆਉਂਦੀ ਹੈ। ਪਰ ਜੇ ਆਜ਼ਾਦੀ ਦੀ ਗੱਲ ਕਰੀਏ ਕਿ ਆਜ਼ਾਦੀ ਸ਼ੁਰੂ ਕਿੱਥੋਂ ਹੋਈ, ਆਰੰਭ ਕਿੱਥੋਂ ਹੋਈ, ਜਦੋਂ ਅਸੀਂ ਭਾਰਤ ਦਾ ਪਿਛਲਾ ਪਿਛੋਕੜ ਜਾਣਨ ਦਾ ਯਤਨ ਕਰਦੇ ਹਾਂ, ਸਮਾਂ ਮੇਰੇ ਕੋਲ ਇੰਨੇ ਨਹੀਂ ਕਿ ਮੈਂ ਪੂਰੇ ਬਰੀਫਲੀ ਦੇ ਵਿੱਚ ਤੁਹਾਨੂੰ ਦੱਸਾਂਗਾ, ਜੇ ਟੂਕ ਮਾਤਰ ਦੱਸਣ ਦਾ ਯਤਨ ਕਰਾਂਗਾ, ਕਿਉਂਕਿ ਭਾਰਤ ਦੀ ਆਜ਼ਾਦੀ ਦੇ ਵਿੱਚ ਸਿੱਖਾਂ ਦਾ ਯੋਗਦਾਨ ਕੀ ਸੀਗਾ, ਮੈਂ ਉਹਦੇ ਬਾਬਤ ਦੱਸਣ ਲੱਗਾ। ਆਜ਼ਾਦੀ ਕਿੱਥੋਂ ਹੁੰਦੀ, ਕਿਉਂਕਿ ਦੇਸ਼ ਜਿਹੜਾ ਆ ਸਾਡਾ ਗੁਲਾਮ ਜਿਹੜਾ ਹੈ, ਭਾਰਤ ਗੁਲਾਮ ਹੋਇਆ 712 ਈਸਵੀ ਦੇ ਵਿੱਚ। 712 ਮੀਰ ਕਾਸਮ ਜਦੋਂ ਚੜ੍ਹ ਕੇ ਆਉਂਦਾ ਇਸ ਭਾਰਤ ਵਿੱਚ, ਭਾਰਤ ਗੁਲਾਮਾਂ ਦਾ ਗੁਲਾਮ ਹੋ ਜਾਂਦਾ। ਇੱਥੋਂ ਦੇ ਲੋਕ ਜਿਹੜੇ ਆਪਣੀ ਅਣਖਾਂ ਲਈ ਆਵਾਜ਼ ਹੀ ਨਹੀਂ ਉਠਾਉਂਦੇ, ਆਪਣੇ ਹੱਕਾਂ ਲਈ ਆਵਾਜ਼ ਹੀ ਨਹੀਂ ਉਠਾਉਂਦੇ। ਜਿਵੇਂ ਪਿਛਲਾ ਸਮਾਂ ਸੀਗਾ, ਤੁਸੀਂ ਸਾਰਿਆਂ ਨੇ ਦੇਖਿਆ ਹੋਣਾ, ਜਦੋਂ ਕਿਸਾਨ ਸੰਘਰਸ਼ ਮੋਰਚਾ ਲੱਗਾ ਸੀ ਦਿੱਲੀ ਦਰਬਾਰ ਦੇ ਨਾਲ, ਦਿੱਲੀ ਦੇ ਨਾਲ ਟਾਕਰਾ ਹੋਇਆ ਸੀਗਾ, ਤੇ ਉਹ ਜਿਹੜੇ ਕਾਲੇ ਕਾਨੂੰਨ ਸੀਗੇ ਉਹ ਪੂਰੇ ਭਾਰਤ ਵਿੱਚ ਲਾਗੂ ਹੋ ਚੁੱਕੇ ਸਨ। ਸਿਰਫ ਮਹਿਜ਼ ਇੱਕ ਪੰਜਾਬ ਦੇ ਵਿੱਚ ਲਾਗੂ ਨਹੀਂ ਸੀ ਹੋ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਉਹ ਹੈ ਜਿਹੜੇ ਕਦੀ ਵੀ ਨਾ ਕਿਸੇ ਨੂੰ ਡਰਾਉਂਦੇ ਤੇ ਨਾ ਕਿਸੇ ਕੋਲੋਂ ਡਰਦੇ। ਇਹ ਭਾਰਤ ਵੀ ਐਵੇਂ ਦਾ ਸੀਗਾ ਪਹਿਲਾਂ। ਇੱਥੋਂ ਦੇ ਲੋਕ ਐਵੇਂ ਦੇ ਸਨ ਜਿਹੜੇ ਆਪਣੇ ਉੱਤੇ ਜ਼ੁਲਮ ਸਹਿਣਾ ਪਸੰਦ ਕਰ ਲੈਂਦੇ ਸਨ, ਕਿ ਸਾਨੂੰ ਮਾਰੋ ਨਾ, ਜ਼ੁਲਮ ਕਰ ਲਓ, ਪੈਰ ਦੀ ਜੁੱਤੀ ਥੱਲੇ ਰੱਖ ਲਓ, ਅਸੀਂ ਤੁਹਾਡੇ ਅੱਗੇ ਆਪਣਾ ਹੱਕ ਲੈਣ ਲਈ ਆਵਾਜ਼ ਨਹੀਂ ਉਠਾ ਸਕਦੇ। ਜਦੋਂ 712 ਤੋਂ ਲੈ ਕੇ 1521 ਈਸਵੀ, ਚੇਤੇ ਰੱਖਿਓ ਬੱਚੇ, ਨੋਟ ਕਰ ਲਿਓ ਜਰੂਰ, 1521, ਇਹ ਸਮਾਂ ਲਗਭਗ ਜ਼ਿਆਦਾ ਨਹੀਂ, ਤੇ 712 ਤੋਂ ਲੈ ਕੇ 1521 ਤੱਕ ਜਿਹੜਾ ਸਮਾਂ 700 ਤੇ ਕੁਝ ਸਾਲ ਬਣਦੇ, ਇਹ ਭਾਰਤ ਦੇਸ਼ ਗੁਲਾਮ ਸੀਗਾ। ਪਹਿਲੀ ਵਾਰ ਇਨਕਲਾਬ ਦੀ ਆਵਾਜ਼ ਜਿਹੜੀ ਉਠਾਉਂਦੇ ਨੇ, ਇਹ ਐਮਨਾਬਾਦ ਦੀ ਧਰਤੀ ਦੇ ਭਾਰਤ ਦੇਸ਼ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ। ਐਮਨਾਬਾਦ ਦੀ ਧਰਤੀ 15 ਅਗਸਤ ਨੂੰ ਤੇ ਆਜ਼ਾਦ ਵਾਲੀ ਗੱਲ ਨਹੀਂ ਹੈ। ਇਹ ਆਜ਼ਾਦੀ ਸਾਨੂੰ ਪਿਛੋਕੜ ਤੋਂ ਮਿਲੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਜਿਹੜਾ ਬਾਬਰ ਚੜ੍ਹ ਕੇ ਆਉਂਦਾ ਸੀ, ਹਮਲਾਵਰ ਚੜ੍ਹ ਕੇ ਆਉਂਦਾ ਸੀ, ਉਹਨੂੰ ਇਹ ਗੱਲ ਕਹੀ ਸੀ, ਬਾਬਰ ਤੂੰ ਬਾਬਰ ਨਹੀਂ ਹੈ, ਤੂੰ ਜਾਬਰ ਹੈ। ਉਹ ਦੇਖੋ ਇੱਕ ਭਾਰਤ ਦਾ ਹੁਣ ਜਿਵੇਂ ਅਜੋਕੇ ਸਮੇਂ ਦੇ ਵਿੱਚ ਜੋ ਸਿੱਖਾਂ ਨੇ ਕੀਤਾ, ਜੋ ਪੰਜਾਬੀਆਂ ਨੇ ਕੀਤਾ, ਜੋ ਪੰਜਾਬ ਦੇ ਕਿਸਾਨਾਂ ਨੇ ਮੋਦੀ ਦੇ ਮੂੰਹ ਤੇ ਚਪੇੜ ਮਾਰੀ ਹੈ, ਉਹ ਕੌਣ ਹੈ? ਇਸ ਮੁਲਕ ਦਾ ਉਹ ਹੈਗਾ ਆ ਮੁੱਖ ਮੰਤਰੀ ਹੈ, ਵਾਹਿਗੁਰੂ, ਪ੍ਰਾਈਮ ਮਿਨਿਸਟਰ ਹੈ। ਹੁਣ ਉਹਨੂੰ ਕਹਿਣਾ ਕਿ ਤੂੰ ਜਿਹੜੇ 3 ਕਾਨੂੰਨ ਬਣਾਏ ਗਲਤ ਬਣਾਏ, ਕਿੱਡੀ ਵੱਡੀ ਗੱਲ ਹੈ। ਪਰ ਇਹ ਕੌਮ ਕਿਹੜੀ ਹੈ? ਜਿਨ੍ਹਾਂ ਦੇ ਹੱਡਾਂ ਵਿੱਚ ਸਿੱਖੀ ਦਾ ਖੂਨ ਦੌੜਦਾ ਹੈ। ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਦੀ ਵੀ ਜ਼ੁਲਮ ਦੇ ਅੱਗੇ ਝੁਕਣਾ ਨਹੀਂ ਸਾਨੂੰ ਸਿਖਾਇਆ। ਐਮਨਾਬਾਦ ਦੀ ਧਰਤੀ ਤੇ ਜਿਹੜਾ ਆਉਂਦਾ ਆ, ਬਾਬਰ ਚੜ੍ਹ ਕੇ ਆਉਂਦਾ ਆ, ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਾਇਆ, ਇਸ ਭਾਰਤ ਵਾਸੀਆਂ ਨੂੰ ਜਗਾਇਆ, ਬਈ ਆਪਣੇ ਹੱਕਾਂ ਲਈ ਉਠੋ, ਖੜੇ ਹੋ, ਤਿਆਰ ਹੋ ਜਾਓ। ਬਾਬਰ ਚੜ੍ਹ ਕੇ ਆ ਰਿਹਾ, ਤੁਹਾਨੂੰ ਮਾਰੇਗਾ, ਲਤਾੜੇਗਾ, ਖਤਮ ਕਰ ਦੇਗਾ ਤੁਹਾਨੂੰ। ਤੇ ਜਿਹੜੇ ਭਾਰਤ ਦੀ ਆਜ਼ਾਦੀ ਦੀਆਂ ਗੱਲਾਂ ਅੱਜ ਕਰਦੇ ਆ ਨਾ, ਇੱਥੋਂ ਦੇ ਲੋਕ ਪਤਾ ਕੀ ਕਹਿੰਦੇ ਸਨ? ਕਹਿੰਦੇ ਕਿ ਸਾਡੇ ਕੋਲ ਬੜੇ ਬੜੇ ਵੱਡੇ ਪੰਡਤ ਬੈਠੇ ਨੇ, ਉਹਨਾਂ ਕੋਲ ਬੜੇ ਬੜੇ ਵੱਡੇ ਮੰਤਰ ਹੈ, ਉਹ ਮੰਤਰ ਮਾਰਨਗੇ ਤੇ ਜਿਹੜਾ ਬਾਬਰ ਚੜ੍ਹ ਕੇ ਆਉਂਦਾ ਉਹਦੀਆਂ ਸਾਰੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ, ਉਹਦੀਆਂ ਫੌਜਾਂ ਮੰਤਰਾਂ ਦੇ ਨਾਲ ਫੁੱਸ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਤੇ ਪਾਤਸ਼ਾਹ ਨੇ ਜਗਾਇਆ ਕਿ ਭਾਈ ਜਾਗੋ ਇਹਦੇ ਵਿੱਚੋਂ, ਇਹ ਤੁਹਾਨੂੰ ਇਤਨਾ ਰਾਜ ਨਹੀਂ ਮਿਲਣਾ, ਤੁਹਾਡਾ ਇਤਨਾ ਨਹੀਂ ਬਚਣੀ ਤੁਹਾਡੀਆਂ ਕੌਮਾਂ, ਇਹਨੂੰ ਬਚਾਉਣ ਲਈ ਤੁਹਾਨੂੰ ਲੜਨਾ ਪਏਗਾ। ਪਰ ਕੋਈ ਵੀ ਸੱਚੇ ਪਾਤਸ਼ਾਹ ਜੀ ਦੇ ਆਖੇ ਨਾ ਲੱਗਾ। ਬਾਬਰ ਚੜ੍ਹ ਕੇ ਆਇਆ, ਬਾਬਰ ਨੇ ਇੱਥੋਂ ਦੇ ਲੋਕਾਂ ਨੂੰ ਮਾਰਿਆ, ਲਤਾੜਿਆ, ਇਹਨਾਂ ਨੂੰ ਖਤਮ ਕੀਤਾ। ਫਿਰ ਪਾਤਸ਼ਾਹ ਜੀ ਨੇ ਬਾਬਰ ਨੂੰ ਮੂੰਹ ਤੇ ਉੱਤੇ ਕਿਹਾ ਸੀ, ਬਾਬਰ ਤੂੰ ਬਾਬਰ ਨਹੀਂ, ਤੂੰ ਜ਼ਾਬਰ ਹੈ, ਤੂੰ ਇੰਨਾ ਅਤਿਆਚਾਰ ਕੀਤਾ, ਇਹਨਾਂ ਨੇ ਹੱਥੇ ਲੋਕਾਂ ਨੂੰ ਮਾਰਿਆ, ਇਹਨਾਂ ਨੂੰ ਖਤਮ ਕੀਤਾ, ਬੇਕਸੂਰੇ ਲੋਕਾਂ ਨੂੰ ਮਾਰਿਆ। ਪਾਤਸ਼ਾਹ ਨੇ ਉਹਦੇ ਮੂੰਹ ਤੇ ਉੱਤੇ ਗੱਲ ਕਹੀ ਸੀ। ਫਿਰ ਪਾਤਸ਼ਾਹ ਨੂੰ ਵੀ ਉਹਨੇ ਬੰਦੀ ਬਣਾਇਆ ਸੀਗਾ, ਜੇਲ੍ਹ ਖਾਨੇ ਵਿੱਚ ਭੇਜਿਆ ਸੀ,
ਕਿਉਂਕਿ ਬਾਦਸ਼ਾਹ ਦੀ ਬਾਣੀ ਦੇ ਵਿੱਚ ਇਹ ਬੋਲ ਦਰਜ ਹੈ। ਮਾਲਿਕ ਕਹਿੰਦੇ ਨੇ ਕੋਈ ਮੁਗਲ ਨਾ ਹੁਆ ਅੰਧਾ ਕਿਨੇ ਨਾ ਪਰਚਾ ਲਾਇਆ। ਪੂਰਾ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਬਦ ਉਚਾਰਨ ਕੀਤਾ ਹੈ। ਬਾਬਰ ਬਾਣੀ ਜਿਹੜੀ ਬਾਣੀ ਦੇ ਨਾਮ ਹੇਠ ਇਹ ਸ਼ਬਦ ਹੈ। ਆਜ਼ਾਦੀ ਦੀ ਗੱਲ 1521 ਤੋਂ ਸ਼ੁਰੂ ਹੁੰਦੀ ਹੈ। ਭਾਰਤ ਲੋਕਾਂ ਨੂੰ ਜਗਾਇਆ, ਫਿਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਫਿਰ ਉਸੇ ਹੀ ਆਜ਼ਾਦੀ ਦੀ ਗੱਲ ਜਦੋਂ ਗੱਲ ਚੱਲਦੀ ਹੈ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਹਿਲੇ ਸ਼ਹੀਦ ਹੁੰਦੇ ਨੇ। ਕਿਉਂਕਿ ਆਪਣੇ ਹੱਕ ਲੈਣ ਦੀ ਗੱਲ ਕੀਤੀ ਜਾਂਦੀ ਹੈ ਨਾ, ਕਿ ਅਸੀਂ ਵੱਖਰੇ ਹਾਂ ਦੁਨੀਆ ਤੋਂ, ਸਾਨੂੰ ਵੱਖਰਾ ਹੱਕ ਦਿੱਤਾ ਜਾਵੇ। ਮੁਗਲਾਂ ਦੇ ਨਾਲ ਲੜਾਈਆਂ ਹੋਈਆਂ, ਫਿਰ ਉਸ ਤੋਂ ਬਾਅਦ ਜਦੋਂ ਗੱਲ ਚੱਲਦੀ ਹੈ 9ਵੇਂ ਪਾਤਸ਼ਾਹ ਦੀ ਗੱਲ ਹੁੰਦੀ ਆ, ਤੇ ਮੁਗਲ ਕਹਿੰਦੇ ਆ ਕਿ ਜੇ ਇਸ ਭਾਰਤ ਵਿੱਚ ਰਹਿਣਾ ਆ ਤੇ ਤੁਹਾਨੂੰ ਅਧੀਨਗੀ ਕਬੂਲ ਕਰਨੀ ਪਏਗੀ। ਫਿਰ ਉਹ ਭੱਜ ਕੇ ਗਏ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੋਲੋਂ। ਉਹ ਸਾਰੇ ਪੰਡਤ, ਉਹ ਕਸ਼ਮੀਰੀ ਪੰਡਤ ਕਿ ਪਾਤਸ਼ਾਹ ਸਾਡੀ ਜਾਨ ਬਚਾਓ। ਮੈਂ ਤਾਂ ਦੱਸ ਰਿਹਾ ਬੇਟਾ, 15 ਅਗਸਤ 1947 ਨੂੰ ਆਜ਼ਾਦੀ ਨਹੀਂ ਮਿਲਦੀ। ਆਜ਼ਾਦੀ ਗੁਰੂ ਸਾਹਿਬਾਨਾਂ ਨੇ ਪੁਰਾਤਨ ਸਮੇਂ ਤੋਂ ਦਵਾਈ ਹੈ ਸਾਨੂੰ। ਇਹ ਭਾਰਤ ਜਿਹੜਾ ਅੱਜ ਆਜ਼ਾਦੀ ਦੀਆਂ ਗੱਲਾਂ ਕਰਦਾ ਆ, ਆਪਣਾ ਪਿਛੋਕੜ ਝਾਕੇਗਾ, ਫਿਰ ਪਤਾ ਲੱਗੂਗਾ ਆਜ਼ਾਦੀ ਮਿਲਦੀ ਕਿਵੇਂ ਆ, ਕਿੱਥੋਂ ਸ਼ੁਰੂ ਹੋਈ ਹੈ। ਔਰੰਗਜ਼ੇਬ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੇਸ਼ ਕੀਤਾ ਗਿਆ। ਕਹਿੰਦੇ ਜਾਂ ਤੇ ਹਿੰਦੂਆਂ ਦਾ ਛੱਡ ਦੋ, ਇਹਨਾਂ ਦਾ ਖਹਿੜਾ ਛੱਡ ਦੋ, ਜਾਂ ਕਰਾਮਾਤ ਖਾਓ, ਤੇ ਜਾਂ ਮੁਸਲਮਾਨ ਬਣ ਜਾਓ। ਪਾਤਸ਼ਾਹ ਕਹਿੰਦੇ ਤੇਰੀ ਕੋਈ ਸ਼ਰਤ ਮਨਜ਼ੂਰ ਨਹੀਂ। ਹਾਂ, ਜੇ ਤੂੰ ਚਾਹੁੰਦਾ ਹੈ ਤੇ ਸਾਡਾ ਸਿਰ ਜਿਹੜਾ ਆ ਮੈਂ ਨਾ ਜਾਂ ਸਿਰ ਆਪਣਾ ਅਲੱਗ ਕਰਵਾਓ। ਗੁਰੂ ਪਿਤਾ ਨੇ ਨਾ ਕਰਾਮਾਤ ਵਿਖਾਈ, ਨਾ ਹੀ ਜਿਨ੍ਹਾਂ ਦਾ ਹੱਥ ਫੜਿਆ ਸੀ ਉਹਨਾਂ ਦਾ ਹੱਥ ਛੱਡਿਆ। ਚੇਤਾ ਰੱਖਿਓ ਹੁਣ ਕਿੱਡੀ ਵੱਡੀ ਗੱਲ ਹੈ। ਗੁਰਦੇਵ ਪਿਤਾ ਦੀ ਆਪਣੀ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਆ, ਬਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋੜੀਏ। ਇਹ ਗੁਰੂ ਨਾਨਕ ਦੇ ਘਰ ਦਾ ਵਿਲੱਖਣ ਸਿਧਾਂਤ ਹੈ। ਗੁਰੂ ਨਾਨਕ ਦੇ ਘਰ ਜਿਹੜਾ ਵੀ ਆਉਂਦਾ ਹੈ ਨਾ, ਚੜ ਕੇ ਆਇਆ ਤੇ ਬਚ ਕੇ ਨਹੀਂ ਜਾਂਦਾ। ਪਰ ਜੇ ਉਹੀ ਬੰਦਾ ਪੈਰੀ ਪੈ ਜਾਂਦਾ ਆ, ਗੁਰੂ ਨਾਨਕ ਦੇ ਚਰਨਾਂ ਤੇ ਢਹਿ ਜਾਂਦਾ ਆ, ਅਰਜ਼ੋਈਆਂ ਕਰਦਾ ਆ, ਤੇ ਮਾਲਕ ਉਹਨੂੰ ਛਾਤੀ ਨਾਲ ਲਾ ਲੈਂਦਾ। ਉਹਨੂੰ ਖਤਮ ਨਹੀਂ ਕਰਦਾ, ਉਹਨੂੰ ਮਾਰਦਾ ਨਹੀਂ, ਉਹਨੂੰ ਛੱਡਦਾ, ਉਹਦੇ ਹੱਕ 'ਚ ਖੜਾ ਹੋ ਜਾਂਦਾ। ਇਹ ਗੁਰੂ ਨਾਨਕ ਦੇ ਘਰ ਦੀ ਵਿਲੱਖਣਤਾ। ਖੈਰ ਸਮਾਂ ਨਹੀਂ ਹੈ ਕਿ ਮੈਂ ਪੂਰੀ ਡਿਟੇਲ ਵਿੱਚ ਜਾਵਾਂ। ਫਿਰ ਉਹ ਸਮਾਂ ਹੁੰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 14 ਜੰਗਾਂ ਹੁੰਦੀਆਂ ਨੇ। 14 ਜੰਗਾਂ ਵਿੱਚੋਂ 13 ਜੰਗਾਂ ਹਿੰਦੂ ਪਹਾੜੀਆਂ ਨਾਲ ਹੁੰਦੀਆਂ ਨੇ, ਜਿਨ੍ਹਾਂ ਦੇ ਵੱਡੇ ਵਡੇਰੇ ਉਹ ਨੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦਾ ਨੇ। ਕੌਣ ਹੈ? ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਾਇਆ ਸੀ, ਉਹਨਾਂ ਨੂੰ ਆਜ਼ਾਦ ਕਰਾਇਆ ਸੀਗਾ, ਉਹਨਾਂ ਦੀ ਆਜ਼ਾਦੀ ਕਰਵਾਈ ਸੀ। ਭਾਰਤ ਆਜ਼ਾਦ ਕਿਵੇਂ ਹੋਇਆ ਹੈ? ਜੇ ਕਿਤੇ ਆਜ਼ਾਦੀ ਪਿਛੋਕੜ ਵੇਖਾਂਗੇ ਤੇ ਫਿਰ ਪਤਾ ਲੱਗਦਾ ਕਿ ਆਜ਼ਾਦੀ ਕਿੱਥੋਂ। ਇਹ ਹਿੰਦੂ ਪਹਾੜੀਏ ਰਾਜੇ, ਠੀਕ ਹੈ, ਇਹ ਆਜ਼ਾਦ ਹੋਏ, ਆਪਣੇ ਘਰਾਂ 'ਚ ਵਾਪਸ ਗਏ ਆ। ਇਹਨਾਂ ਦੇ ਪੁੱਤ ਪੋਤਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਟਾਕਰਾਂ ਲੈਣ ਲਈ ਫੇਰ ਆਏ। ਕਹਿੰਦੇ ਇੱਥੋਂ ਇਹ ਆਨੰਦਾਂ ਦੀ ਪੂਰੀ ਖਾਲੀ ਕਰੋ। ਖੈਰ ਸਮਾਂ ਪਿਆ, ਸੱਚੇ ਪਾਤਸ਼ਾਹ ਦੀਆਂ ਜੰਗਾਂ ਹੁੰਦੀਆਂ, ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਹੁੰਦੀਆਂ। ਫਿਰ ਉਸ ਤੋਂ ਬਾਅਦ ਸਮਾਂ ਆਉਂਦਾ ਆ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਆ ਕੇ ਜ਼ਾਲਮ ਨੂੰ ਸੋਧਾ ਲਾਇਆ, ਇੱਥੋਂ ਦੀਆਂ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ। ਉਹ ਲੋਕ ਜਿਹੜੇ ਉਹਨਾਂ ਜ਼ਮੀਨਾਂ ਤੇ ਨੌਕਰੀਆਂ ਕਰਦੇ ਸਨ, ਉਹਨਾਂ ਨੂੰ ਮਾਲਕ ਬਣਾ ਕੇ ਉਹਨਾਂ ਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ। ਸਮਾਂ ਆਇਆ ਪਿਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਆਇਆ। ਮਹਾਰਾਜਾ ਰਣਜੀਤ ਸਿੰਘ ਨੇ ਉਹ ਖਾਲਸਾ ਰਾਜ ਪੈਦਾ ਕੀਤਾ। ਉਸ ਰਾਜ ਨੂੰ ਫਿਰ ਖਤਮ ਕਰਨ ਲਈ ਗੋਰੇ ਇੱਥੇ ਚੜ ਕੇ ਆ ਗਏ। ਵੈਸੇ ਗੋਰੇ ਜਿਹੜੇ ਆ, ਅੰਗਰੇਜ਼ੀ ਸਰਕਾਰ 16ਵੀਂ ਸਦੀ ਦੇ ਵਿੱਚ ਇਸ ਭਾਰਤ ਵਿੱਚ ਆ ਚੁੱਕੀ ਸੀ। ਪਰ ਜਦੋਂ ਗੋਰਿਆਂ ਨੇ ਅਟੈਕ ਕੀਤਾ, ਗੋਰਿਆਂ ਦੇ ਰਾਹੀਂ, ਸ਼ਹਿਰ ਦੇ ਰਾਹੀਂ ਡੋਗਰਿਆਂ ਨੇ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਖਤਮ ਕੀਤਾ। ਉਸ ਤੋਂ ਬਾਅਦ ਮਹਾਰਾਜਾ ਦਲੀਪ ਨੂੰ ਧੋਖੇ ਨਾਲ ਮਰਵਾ ਕੇ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੁੰਦਾ ਆ, ਸਮਾਂ ਗੋਰਿਆਂ ਦੇ ਹੱਥ ਵਿੱਚ ਚਲਾ ਜਾਂਦਾ। ਸਮਾਂ ਆਉਂਦਾ ਆ 1920 ਦਾ, ਜਦੋਂ ਨਨਕਾਣਾ ਸਾਹਿਬ ਜੀ ਦਾ ਸਾਕਾ। ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਸਿੱਖਾਂ ਦਾ ਬੜਾ ਕਤਲੇਆਮ ਹੁੰਦਾ ਆ, ਕਿਉਂਕਿ ਉੱਥੋਂ ਦੇ ਮਹੰਤ ਨੂੰ ਸ਼ਹਿ ਹੁੰਦੀ ਆ ਗੋਰਿਆਂ ਦੀ ਕਿ ਤੇਰੀ ਪਿੱਠ ਤੇ ਅਸੀਂ ਖੜੇ ਆ, ਤੇਰਾ ਕੁਛ ਨਹੀਂ ਬਾਲ ਦਿੰਦਾ। ਪਰ ਸਮੇਂ ਦਾ ਮੋੜ ਇਵੇਂ ਦਾ ਸੀਗਾ, ਜਿਹੜੇ ਸਿੱਖ ਸਨ ਆਪਣੇ ਆਪਣੇ ਗੁਰਦੁਆਰਿਆਂ ਲਈ ਜਾਨਾਂ ਦੇ ਵੀ ਸਕਦੇ ਨੇ ਤੇ ਜਾਨ ਲੈ ਵੀ ਸਕਦੇ। ਪਰ ਸਿੱਖ ਕਦੀ ਵੀ ਕਿਸੇ ਦੇ ਉੱਤੇ ਜ਼ੁਲਮ ਨਹੀਂ ਕਰਦਾ। ਸਿੱਖ ਦਾ ਸਿਧਾਂਤ ਪਹਿਲਾ ਹੈ, ਸਿੱਖ ਕੌਮ ਦਾ ਸਿਧਾਂਤ ਹੈ ਕਿ ਪਹਿਲਾਂ ਅਸੀਂ ਧੀਰਜ ਨਾਲ, ਪਿਆਰ ਨਾਲ ਗੱਲ ਕਰਦੇ। ਪਰ ਜਦੋਂ ਸਿਰ ਦੇ ਉੱਤੋਂ ਪਾਣੀ ਨਿਕਲ ਜਾਂਦਾ ਆ, ਫਿਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਚੂੰਕਾਰ ਅਜ਼ ਹਮਾ ਹੀਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਸਾਨੂੰ ਹੁਕਮ ਹੈ ਜਦੋਂ ਸਾਰੇ ਹੀਲੇ ਵਸੀਲੇ ਟੱਪ ਜਾਣ, ਫਿਰ ਜਾ ਕੇ ਤੁਸੀਂ ਹੱਥ ਵਿੱਚ ਆਪਣੀ ਸ਼ਮਸ਼ੀਰ ਫੜ ਕੇ ਆਪਣੀ ਰੱਖਿਆ ਕਰ ਸਕਦੇ। ਸਮਾਂ ਸੀਗਾ ਕਿਉਂਕਿ ਉਸ ਵਕਤ, ਕਿਉਂਕਿ ਸਿੱਖ ਜਿਹੜੀ ਆ ਆਪਣੀ ਅਰਦਾਸ ਦੇ ਉੱਤੇ ਪੂਰਨ ਵਿਸ਼ਵਾਸ ਰੱਖਦੇ ਨੇ, ਅੱਜ ਵੀ ਕਰਦੇ ਨੇ।
ਤੇ ਅਰਦਾਸ ਇੱਕ ਐਸੀ ਸ਼ਕਤੀ ਹੈ, ਮੈਂ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦਾ, ਤੁਸੀਂ ਕਰਕੇ ਕਿਤੇ ਦੇਖਿਓ। ਅਰਦਾਸ ਦੇ ਉੱਤੇ ਮੈਂ ਯਤਨ ਕਰਾਂਗਾ, ਕਿਸ ਦਿਨ ਇੱਕ ਲੈਕਚਰ ਜ਼ਰੂਰ ਦਵਾਂਗਾ ਤੁਹਾਨੂੰ, ਅਰਦਾਸ ਦੀ ਸ਼ਕਤੀ ਕਿੰਨੀ ਹੈ। ਅਰਦਾਸ ਦੇ ਉੱਤੇ ਸਾਡਾ ਵਿਸ਼ਵਾਸ ਨਹੀਂ ਹੈਗਾ ਅੱਜ, ਪਰ ਪੁਰਾਤਨ ਸਮੇਂ ਦੇ ਵਿੱਚ ਵਿਸ਼ਵਾਸ ਸੀਗਾ। ਉਹਨਾਂ ਨੇ ਅਰਦਾਸ ਕੀਤੀ, ਨਨਕਾਣਾ ਸਾਹਿਬ ਦੀ ਧਰਤੀ ਦੇ ਉੱਤੇ ਜਾਣਾ ਆ, ਕਿਸੇ ਨੇ ਹਥਿਆਰ ਨਹੀਂ ਚੁੱਕਣਾ, ਭਾਵੇਂ ਸ਼ਹਾਦਤ ਦਾ ਜਾਮ ਪੀਣਾ ਪੈ ਜਾਵੇ। ਉੱਥੋਂ ਦੀਆਂ ਸ਼ਹਾਦਤਾਂ ਹੁੰਦੀਆਂ, ਸਮਾਂ ਪੈਂਦਾ ਆ, ਸ਼੍ਰੋਮਣੀ ਕਮੇਟੀ ਜਿਹੜੀ ਆ ਹੋਂਦ ਵਿੱਚ ਆਉਂਦੀ ਹੈ, ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਂਦਾ ਹੈ। ਉਸ ਵਕਤ ਦੇ ਅਕਾਲੀਆਂ ਨੇ ਕਬਜ਼ਾ ਲੈਣਾ ਸ਼ੁਰੂ ਕੀਤਾ ਗੁਰਧਾਮਾਂ ਦਾ। ਕੇਸ ਗੁਰਧਾਮਾਂ ਦਾ ਕਬਜ਼ਾ ਮਹੰਤਾਂ ਕੋਲ ਨਹੀਂ ਹੈ, ਸਾਡੇ ਕੋਲ ਹੋਣਾ ਚਾਹੀਦਾ। 1922 ਦੇ ਵਿੱਚ, ਠੀਕ ਹੈ, 6 ਅਗਸਤ 1922 ਨੂੰ ਇੱਕ ਕਾਂਡ ਵਾਪਰਦਾ ਆ ਗੁਰੂ ਕੇ ਬਾਗ ਦਾ। ਮੈਂ ਦੱਸਣ ਲੱਗਾ, ਆਜ਼ਾਦੀ ਦੀ ਗੱਲ ਦੱਸਣ ਲੱਗਾ ਕਿ ਆਜ਼ਾਦੀ ਸਾਨੂੰ ਕਿਵੇਂ ਮਿਲੀ ਹੈ। ਗੁਰੂ ਕੇ ਬਾਗ ਦਾ ਜਿਹੜਾ ਮੋਰਚਾ ਸੀਗਾ, ਥੋੜੇ ਦਿਨ ਪਹਿਲਾਂ ਨਿਕਲ ਕੇ ਗਿਆ, ਅੱਜ ਹੋ ਗਈ ਹੈ 8, ਤੇ ਇਹ ਅੱਜ ਤੋਂ 4-5 ਦਿਨ ਪਹਿਲਾਂ ਜਿਹੜੀ ਇਹ ਬਾਤ ਹੋਈ ਹੈ, ਅੱਜ 14 ਹੋ ਗਈ ਹੈ, ਤੇ ਅੱਜ ਤੋਂ ਬਿਲਕੁਲ ਪਿੱਛੇ 7 ਦਿਨ ਦੀ ਗੱਲ ਹੈ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਹੋਇਆ। 8 ਅਗਸਤ ਨੂੰ ਉੱਥੋਂ ਦਾ ਮੋਰਚਾ ਹੁੰਦਾ ਹੈ। ਗੁਰੂ ਕੇ ਬਾਗ ਦੇ ਮੋਰਚੇ ਦੇ ਗੁਰਦੁਆਰਾ ਸੀਗਾ, ਉਹ ਮਹੰਤ ਦੇ ਕੋਲ ਸੀਗਾ, ਮਹੰਤ ਦੇ ਕਬਜ਼ੇ ਦੇ ਕੋਲ ਸੀ, ਅੰਗਰੇਜ਼ਾਂ ਦੀ ਸ਼ਹਿ ਸੀ ਉਹਨੂੰ। ਤੇ ਉਹਨੇ ਕੀ ਕੀਤਾ ਕਿ ਪਹਿਲਾਂ ਤੇ ਸਿੱਖਾਂ ਨਾਲ ਸਮਝੌਤਾ ਕਰ ਲਿਆ, ਅੰਮ੍ਰਿਤ ਛਕ ਲਿਆ। ਫਿਰ ਉਹਨੂੰ ਪਤਾ ਲੱਗਿਆ ਕਿ ਗੁਰੂ ਸਰਕਾਰ ਮੇਰੇ ਪਿੱਠ ਤੇ ਖੜੀ ਹੈ। ਫਿਰ ਉਹਨੇ ਕੀ ਕੀਤਾ ਕਿ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਜਿੰਨੇ ਮਹੰਤ ਸਨ, ਉਹ ਗਲਤ ਕੰਮ ਕਰਦੇ ਸਨ, ਧੀਆਂ ਭੈਣਾਂ ਦੀ ਬੇਹਰਮਤੀ ਕਰਦੇ ਸਨ, ਉਹਨਾਂ ਦੀਆਂ ਇੱਜ਼ਤਾਂ ਲੁੱਟਦੇ ਸਨ। ਤੇ ਗੁਰੂ ਕੇ ਬਾਗ ਦਾ ਜਿਹੜਾ ਗੁਰੂ ਕਾ ਬਾਗ ਜਿਹੜਾ ਸੀ, ਉਹਦੇ ਬਾਗ ਦੇ ਵਿੱਚੋਂ ਦਰਬਾਰ ਸਾਹਿਬ ਦੇ ਲਈ, ਗੁਰੂ ਰਾਮਦਾਸ ਮਹਾਰਾਜ ਦੇ ਲੰਗਰਾਂ ਦੇ ਲਈ ਲੱਕੜਾਂ ਕੁਝ ਸਿੱਖਾਂ ਨੇ, ਸਿੰਘਾਂ ਨੇ ਕੱਟੀਆਂ, ਤੇ ਉਹ ਲੰਗਰ ਦੇ ਵਿੱਚ ਲੈ ਕੇ ਆ ਰਹੇ ਸਨ। ਉਹਨਾਂ ਦੇ ਉੱਤੇ ਗੁਰੂ ਸਰਕਾਰ ਕੋਲ ਉਹ ਮਹੰਤ ਗਿਆ, ਮਹੰਤ ਨੇ ਜਾ ਕੇ ਉਹ ਪਰਚਾ ਦਰਜ ਕਰਵਾ ਦਿੱਤਾ, ਉਹਨਾਂ ਨੂੰ ਫੜਾ ਦਿੱਤਾ 5 ਸਿੱਖਾਂ। ਫਿਰ ਇਹ ਮੋਰਚਾ ਲੱਗ ਜਾਂਦਾ ਹੈ ਕਿ ਗੁਰੂ ਘਰ ਦੇ ਲਈ ਲੱਕੜਾਂ ਆ ਰਹੀਆਂ, ਗੁਰੂ ਘਰ ਦੇ ਖਜ਼ਾਨੇ ਚੋਂ ਆ ਰਹੀਆਂ, ਗੁਰੂ ਕੇ ਬਾਗ ਵਿੱਚੋਂ ਆ ਰਹੀਆਂ, ਤੂੰ ਕਿਵੇਂ ਰੋਕ ਸਕਦਾ? ਕਹਿੰਦਾ ਇਹ ਜਿਹੜਾ ਬਾਗ ਹੈ, ਇਹ ਮੇਰਾ ਬਾਗ ਹੈ, ਮੇਰੇ ਬਾਗ ਦੇ ਵਿੱਚੋਂ ਤੁਸੀਂ ਲੱਕੜਾਂ ਕੱਟੀਆਂ। ਤੇ ਜਿਸ ਦਿਨ ਉਹ ਮੋਰਚਾ ਆਰੰਭ ਹੁੰਦਾ ਆ, ਉਸ ਮੋਰਚੇ ਦਾ ਜਿਹੜਾ ਚਸ਼ਮਦੀ ਗਵਾਹ ਸੀਗਾ, ਠੀਕ ਹੈ, ਉਹਦੇ ਵਿੱਚ, ਕਿਉਂਕਿ ਜਦੋਂ ਉਹ ਸਿੱਖ ਜਿਹੜੇ ਸੀ ਜਾਂਦੇ ਸਨ ਦਰਬਾਰ ਸਾਹਿਬ ਤੋਂ, ਸ਼੍ਰੀ ਅਕਾਲ ਤਖਤ ਸਾਹਿਬ ਤੋਂ 5-5 ਸਿੰਘਾਂ ਦਾ ਜਥਾ, 10-10 ਸਿੰਘਾਂ ਦਾ ਜਥਾ ਉਸ ਮੋਰਚੇ ਵਿੱਚ ਜਾਂਦਾ ਸੀਗਾ। ਮੀਰਾਂਕੋਟ ਦੇ ਲਾਗੇ ਜਿਹੜੇ ਉਸ ਗੁਰੀ ਸਰਕਾਰ ਦੇ ਉਸ ਮਹੰਤ ਦੀ ਸ਼ਹਿ ਦੇ ਉੱਤੇ ਜਿਹੜੇ ਬੰਦੇ ਸਨ, ਉਹਨਾਂ ਹੱਥ ਵਿੱਚ ਡਾਂਗਾ ਲੈ ਕੇ ਖੜੇ ਸਨ, ਤੇ ਜਿਹੜੇ ਵੀ ਸਿੰਘ ਹੁੰਦੇ ਸਨ ਉਹਨਾਂ ਦੇ ਡਾਂਗਾ ਭਰਾਉਂਦੇ ਸਨ। ਅਰਦਾਸ ਕੀਤੀ ਸੀ ਅਕਾਲ ਤਖਤ ਸਾਹਿਬ ਤੇ ਕਿ ਹੱਥ ਨਹੀਂ ਚੁੱਕਣਾ ਕਿਸੇ, ਗਲ ਵਿੱਚ ਉਹਨਾਂ ਨੇ ਕਿਰਪਾਨਾਂ ਸਨ, ਪਰ ਹੱਥ ਨਹੀਂ ਚੁੱਕਣਾ ਉਹਨਾਂ ਦੇ। ਇਹੀ ਅਰਦਾਸ ਕਰਕੇ ਜਾਂਦੇ ਸਨ, ਕਿਉਂਕਿ ਮੋਰਚਾ ਸ਼ਾਂਤਮਈ ਜਿੱਤਣਾ ਹੈ। ਗੋਰਿਆਂ ਨੇ ਇੰਨੀਆਂ ਡਾਂਗਾ ਭਰਾਈਆਂ, ਬੱਚਿਓ ਤੁਹਾਡੇ ਧਿਆਨ ਵਿੱਚ ਦੱਸਣ ਲੱਗਾ, ਲੋਕਾਂ ਦੀਆਂ ਲਾਸ਼ਾਂ ਦੇ ਉੱਤੋਂ, ਸਿੱਖਾਂ ਦੀਆਂ ਲਾਸ਼ਾਂ ਉੱਤੋਂ ਗੋਰੀ ਸਰਕਾਰ ਦੇ ਘੋੜਿਆਂ ਦੇ ਪੌੜ ਲੰਘਦੇ ਸਨ, ਉਹ ਚੱਲਦੇ ਸਨ। ਉਹਦੇ ਨਿੱਕੇ ਨਿੱਕੇ ਬੱਚਿਆਂ ਦੀ ਉੱਥੇ ਸ਼ਹਾਦਤਾਂ ਹੁੰਦੀਆਂ, ਨਿੱਕੇ ਨਿੱਕੇ ਬੱਚਿਆਂ। ਉਸ ਵਕਤ ਦਾ ਇੱਕ ਨਾ ਪਾਦਰੀ ਉਹ ਵੇਖ ਰਿਹਾ ਸਾਰੇ ਦ੍ਰਿਸ਼ ਨੂੰ, ਪਾਦਰੀ ਵੇਖ ਰਿਹਾ। ਕਈ ਵਾਰ ਨਾ ਲੋਕ ਅੱਜ ਸਿੱਖੀ ਨੂੰ ਛੱਡ ਕੇ ਬਹੁਤਾਤ ਵਿੱਚ ਨਾ ਦੂਜੇ ਧਰਮ 'ਚ ਜਾਂਦੇ ਨੇ। ਮੈਂ ਉਹਨਾਂ ਨੂੰ ਦੱਸਣ ਲੱਗਾ, ਚੇਤਾ ਰੱਖਿਓ। ਪਾਦਰੀ ਵੇਖ ਕੇ ਪਤਾ ਕੀ ਕਹਿੰਦਾ? ਪਾਦਰੀ ਮੋਰਚਾ ਗੁਰੂ ਕੇ ਬਾਗ ਦਾ ਦ੍ਰਿਸ਼, ਤੇ ਲੰਡਨ ਜਾ ਕੇ ਚਿੱਠੀ ਲਿਖਦਾ, ਕਹਿੰਦੇ ਕਿ ਤੁਸੀਂ ਯਿਸੂ ਮਸੀਹ ਇੱਕ ਚੜਿਆ ਵੇਖਿਆ ਹੋਣਾ ਸੂਲੀ ਤੇ। ਕਹਿੰਦਾ ਅੱਜ ਮੈਂ ਸੈਂਕੜੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸੈਂਕੜੇ ਜਸੂਆਂ ਨੂੰ ਸੂਲੀ ਤੇ ਚੜ੍ਹਦੇ ਦੇਖ ਕੇ ਆਇਆ। ਇਹ ਉਸ ਪਾਦਰੀ ਦਾ ਬੋਲ ਸਨ। ਉਸ ਤੋਂ ਬਾਅਦ ਕੀ ਹੁੰਦਾ ਆ? ਫਿਰ ਇਹ 1922 ਦੀ ਗੱਲ ਹੁੰਦੀ ਹੈ। 1922 ਤੋਂ ਬਾਅਦ ਫਿਰ ਜਿਹੜਾ ਗਾਂਧੀ ਸੀਗਾ, ਜਿਹਨੂੰ ਲੋਕ ਮਹਾਤਮਾ ਕਹਿ ਦਿੰਦੇ ਨੇ, ਗਾਂਧੀ ਨੇ ਇੱਕ ਤਾਰ ਲਿਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਸਟਰ ਤਾਰਾ ਸਿੰਘ ਹੋਣਾ। ਉਹ ਤਾਰ ਕੀ ਸੀਗੀ ਕਿ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ ਹੈ। ਜਦੋਂ ਉਸ ਤੋਂ ਬਾਅਦ ਸਮਝੌਤਾ ਹੋ ਜਾਂਦਾ ਆ, ਸਿੱਖਾਂ ਦੀਆਂ ਸ਼ਹਾਦਤਾਂ ਹੋਣ ਤੋਂ ਬਾਅਦ ਗੁਰੂ ਕੇ ਬਾਗ ਦੇ ਮੋਰਚੇ ਦੀਆਂ ਚਾਬੀਆਂ ਸਿੱਖਾਂ ਨੂੰ ਮਿਲ ਜਾਂਦੀਆਂ, ਤੇ ਗਾਂਧੀ ਇੱਕ ਤਾਰ ਲਿਖਦਾ, ਤਾਰ ਦਾ ਮਤਲਬ ਚਿੱਠੀ ਲਿਖਦਾ ਹੈ। ਉਹ ਭੇਜਦਾ ਕੀ ਹੈ? ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ। ਹੁਣ ਚੇਤਾ ਰੱਖਿਓ, ਮਹਾਤਮਾ ਮੈਂ ਕਿਉਂ ਨਹੀਂ ਕਹਿੰਦਾ, ਤੁਸੀਂ ਮਹਾਤਮਾ ਗਾਂਧੀ ਕਿਉਂ ਕਹਿੰਦੇ ਹੋ? ਇਹ ਲੰਬਾ ਵਿਸ਼ਾ ਆ, ਇਹਦੇ ਉੱਤੇ ਫਿਰ ਮੈਂ ਕਿਸੇ ਦਿਨ ਡਿਸਕਸ ਕਰਾਂਗਾ ਕਿ ਗਾਂਧੀ ਤੇ ਮਹਾਤਮਾ ਗਾਂਧੀ 'ਚ ਕੀ ਫਰਕ ਹੈ, ਉਹਨੇ ਕੀ ਕੀਤਾ, ਇੱਕ ਅਲੱਗ ਵਿਸ਼ਾ ਹੈ। ਗਾਂਧੀ ਦੇ ਬੋਲ ਸਨ ਕਿ ਸਿੱਖਾਂ ਨੇ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ। ਇਹ 1922 ਦੀ ਗੱਲ ਹੁੰਦੀ ਹੈ। 1922 ਤੋਂ ਬਾਅਦ, ਕਿਉਂਕਿ ਉਸ ਵਕਤ ਜਿਹੜੀ ਆ ਉਹ ਕਾਂਗਰਸ, ਕਾਂਗਰਸ ਦਾ ਚਾਰ ਚੁਫੇਰੇ ਬੋਲਬਾਲਾ ਸੀਗਾ, ਮਹਿਜ਼ ਇੱਕ ਸਿੱਖਾਂ ਦਾ ਕਾਂਗਰਸ ਦੇ ਨਾਲ ਉਸ ਵਕਤ ਮਿਲਵਰਤਨ ਸੀਗਾ, ਸਿੱਖ ਮਿਲਵਰਤਨ ਬਣਾ ਕੇ ਰੱਖਦੇ ਸਨ। ਤੇ
ਉਹਨੇ 4 ਮਾਰਚ 1930 ਦੀ ਗੱਲ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਕਿ ਨਹਿਰੂ ਦਾ ਜਿਹੜਾ ਪਿਓ ਸੀਗਾ ਮੋਤੀ ਲਾਲ ਨਹਿਰੂ, ਇਹਨੇ ਕਾਨਫਰੰਸ ਕਰਨੀ ਸੀਗੀ ਮੁੰਬਈ ਦੇ ਵਿੱਚ ਕਾਨਫਰੰਸ ਕਰਨੀ ਸੀ ਕਿ ਮੈਂ ਇੱਥੇ ਆਉਣਾ ਹੈ ਤੇ ਇੱਥੋਂ ਦੇ ਲੋਕਾਂ ਨੇ ਰਲ ਕੇ ਅਸੀਂ ਕੋਈ ਮਤਾ ਪਕਾਉਣਾ ਆ ਆਪਣੀ ਆਜ਼ਾਦੀ ਦੇ ਲਈ। ਗੋਰਿਆਂ ਨੂੰ ਪਤਾ ਲੱਗ ਗਿਆ, ਗੋਰੀ ਸਰਕਾਰ ਦੀ ਪੁਲਿਸ ਲੱਗ ਗਈ ਉਸ ਜਿਹੜਾ ਆਜ਼ਾਦ ਦਾ ਮੈਦਾਨ ਸੀਗਾ ਬੰਬੇ ਦੇ ਵਿੱਚ, ਆਜ਼ਾਦੀ ਮੈਦਾਨ ਸੀਗਾ, ਆਜ਼ਾਦ ਮੈਦਾਨ ਮੁੰਬਈ ਦੇ ਵਿੱਚ। ਤੇ ਉਹਨਾਂ ਨੇ ਕੀ ਕੀਤਾ, ਗੋਰੀ ਸਰਕਾਰ ਦੀ ਪੁਲਿਸ ਨੇ ਆ ਕੇ ਉਹ ਸਭ ਜਿਹੜੇ ਉੱਥੋਂ ਦੇ ਵਲੰਟੀਅਰ ਸੀ ਉਹਨਾਂ ਨੂੰ ਉੱਥੇ ਉਹ ਪੂਰਾ ਜਿਹੜੀ ਸਟੇਜ ਸੀ ਤਿਆਰ ਨਹੀਂ ਕਰਨ ਦਿੱਤੀ। ਅਖੀਰ ਕੀ ਹੋਇਆ, 23 ਸਿੱਖ, ਬੇਟਾ ਧਿਆਨ ਰੱਖਿਓ, 26 ਸਿੱਖ ਤੇ 5 ਬੀਬੀਆਂ ਜਿਹੜੀਆਂ ਸਨ ਇਸ ਮੋਰਚੇ ਵਿੱਚ ਗਈਆਂ। ਜਾ ਕੇ ਉਹਨਾਂ ਨੇ ਤਿਆਰੀਆਂ ਕਰਵਾਈਆਂ ਮੁਕੰਮਲ। ਤਿਆਰੀਆਂ ਕਰਵਾਉਣ ਤੋਂ ਬਾਅਦ ਉੱਥੇ ਮੋਤੀ ਲਾਲ ਨਹਿਰੂ ਬੋਲਿਆ। ਬੋਲਣ ਤੋਂ ਬਾਅਦ ਜਦੋਂ ਪੁਲਿਸ ਨੂੰ ਪਤਾ ਲੱਗ ਗਿਆ ਕਿ ਇੱਥੇ ਮੀਟਿੰਗ ਹੋ ਗਈ ਹੈ, ਉਹਨਾਂ ਨੇ ਫਿਰ ਡਾਂਗਾ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਡਾਂਗ ਅਜੇ ਪਹਿਲਾ ਦੌਰ ਹੀ ਚੱਲਿਆ ਸੀ। ਉਸ ਵਕਤ ਕਾਂਗਰਸ ਸਰਕਾਰ ਦੇ ਜਿਹੜੇ ਕਾਂਗਰਸ ਲੋਕੀ ਸਨ, ਵਲੰਟੀਅਰ ਸਨ, ਉਹ ਹਿੰਦੂਆਂ ਦੇ ਵਲੰਟੀਅਰ 2500 ਉੱਥੇ ਵਲੰਟੀਅਰ ਸੀਗਾ। ਉਹਨਾਂ ਨੇ ਸੱਦਿਆ ਕਿ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਨੀ ਹੈ। 2500 ਬੰਦਾ ਇਕੱਠਾ ਕੀਤਾ। ਬੇਟਾ ਤੁਹਾਡੇ ਧਿਆਨ 'ਚ ਲਿਆਂਦਾ ਜਾਵਾਂ, 2500 ਦਾ ਬੰਦਾ ਪਹਿਲੇ ਦੌਰ ਵਿੱਚੋਂ ਸ਼ੂ ਮੰਤਰ ਹੋ ਗਿਆ, ਲੱਭਾ ਨਹੀਂ। ਉਹ ਲੱਭਾ ਨਹੀਂ, ਉੱਥੇ ਭੱਜ ਗਏ ਸਾਰੇ। ਪਰ ਟਿਕਿਆ ਕੌਣ ਰਿਹਾ ਉੱਥੇ? ਸਿਰਫ ਤੇ ਸਿਰਫ ਉਹ ਜਿਹੜੇ 25 ਬੰਦੇ ਸਨ, ਨਾਲ 6 ਬੀਬੀਆਂ ਸਨ। ਉਹ ਜਿਹੜੇ ਉਸ ਵਕਤ ਵਾਹਿਗੁਰੂ 23 ਬੀਬੀਆਂ, ਸੌਰੀ 25 ਨਹੀਂ, 23 ਬੀਬੀਆਂ ਤੇ 23 ਸਿੰਘ ਅਕਾਲੀ ਤੇ 5 ਬੀਬੀਆਂ ਜਿਹੜੀਆਂ ਸਨ, ਇਹ 28 ਜਾਣੇ ਸਨ। ਇਹ ਉੱਥੇ ਰਹੇ ਤੇ ਡਾਂਗਾ ਦਾ ਮੇਰੀ ਵਰਦਾ ਰਿਹਾ ਉੱਥੇ। ਜਦੋਂ ਵੀ ਕੋਈ ਡਿੱਗਦਾ ਸੀ ਤੇ ਉਸ ਵਕਤ ਦਾ ਇੱਕ ਬੰਦਾ ਹੋਇਆ, ਉਹਦਾ ਨਾਂ ਹੈਗਾ ਆ, ਮੈਂ ਤੁਹਾਡੇ ਸਾਹਮਣੇ ਰੱਖਦਾ, ਅੰਗਰੇਜ਼ੀ ਸਰਕਾਰ ਦਾ ਉਹ ਪ੍ਰਤੀਨਿਧ ਸੀਗਾ, ਠੀਕ ਹੈ। ਉਹਨੇ ਆਪਣੀ ਵਰਡਿੰਗ ਦੇ ਵਿੱਚ ਲਿਖਿਆ, ਉਹ ਵਾਪਸ ਇੰਗਲੈਂਡ ਦੇ ਵਿੱਚ ਗਿਆ। ਇੰਗਲੈਂਡ ਜਾ ਕੇ ਇੱਕ ਈਵਨਿੰਗ ਟਾਈਮਜ਼ ਹੈ, ਅਖਬਾਰ ਚੱਲਦੀ ਹੈ, ਉਹਨੇ ਅਖਬਾਰ ਦੇ ਵਿੱਚ, ਉਹਦਾ ਸੰਪਾਦਕ ਸੀਗਾ, ਉਹਨੇ ਅਖਬਾਰ ਦੇ ਵਿੱਚ ਜਾ ਕੇ ਇੱਕ ਲੇਖ ਦਿੱਤਾ। ਉਹ ਲੇਖ ਦੇ ਜਿਹੜੇ ਬੋਲ ਨੇ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਹੋ ਨੋਟ ਕਰਿਓ। ਇਹ ਆਜ਼ਾਦੀ ਮਿਲੀ ਕਿਵੇਂ ਹੈ। ਲੋਕ ਅੱਜ ਗੱਲਾਂ ਤੇ ਕਰਦੇ ਆ ਨਾ ਕਿ ਸਿੱਖਾਂ ਦਾ ਆਜ਼ਾਦੀ ਵਿੱਚ ਕੀ ਯੋਗਦਾਨ ਹੈ। ਮੈਂ ਕਹਿੰਦਾ ਸਿੱਖਾਂ ਤੋਂ ਬਿਨਾਂ ਆਜ਼ਾਦੀ ਮਿਲ ਹੀ ਨਹੀਂ ਸਕਦੀ ਇਸ ਭਾਰਤ ਨੂੰ। ਜੇ ਇਸ ਭਾਰਤ ਦੇਸ਼ ਵਿੱਚੋਂ ਸਿੱਖ ਕੱਢ ਦਿੱਤੇ ਜਾਣ ਨਾ, ਕਿ ਸਿੱਖ ਬਾਹਰ ਹੋ ਜਾਣ, ਤੇ ਪਿੱਛੇ ਭਾਰਤ ਕੋਲੋਂ ਬਚਦਾ ਹੀ ਕੱਖ ਨਹੀਂ। ਅੱਜ ਬੜੀਆਂ ਗੱਲਾਂ ਕਰਦੇ ਆ, ਹਾਂ ਆਜ਼ਾਦੀ ਵਿੱਚ ਸਭ ਤੋਂ ਵੱਧ ਰੋਲ ਸਾਡਾ, ਪਰ ਸਾਨੂੰ ਅੱਜ ਕਿਤੇ ਵੀ ਫੈਸਲੇ ਵਿੱਚ ਕਿਤੇ ਵੀ ਸਾਨੂੰ ਜਿਹੜਾ ਇਨਸਾਫ ਨਹੀਂ ਦਿੱਤਾ ਜਾਂਦਾ। ਬੜੇ ਕਾਰਨ ਹੈ, ਥੋੜਾ ਜਿਹਾ ਮੋਟਾ ਜਿਹਾ ਕਾਰਨ ਇਹ ਦਿਖਾਂਗਾ, ਜੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਮਹਿਸੂਸ ਕਰਦਾ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਨ ਨਾ ਬਣੇ, ਸਿੱਖਾਂ ਨੂੰ ਇਨਸਾਫ ਨਾ ਦਿਵਾਉਣ ਦਾ ਕਾਰਨ ਨਾ ਬਣੇ। ਉਹਦੇ ਲਈ ਕੀ ਕਰਨਾ ਚਾਹੀਦਾ ਸੀਗਾ, ਸਾਨੂੰ ਆਪਣੇ ਆਪ ਦੀ ਤਿਆਰੀ ਕਰਨੀ ਚਾਹੀਦੀ ਸੀ। ਜਿਹੜਾ ਕੰਮ ਹੁਣ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਕਿਤੇ ਨਾ ਕਿਤੇ ਬੜੇ ਵੱਡੇ ਪੱਧਰ ਤੇ ਕਰ ਰਹੀ ਹੈ, ਮੈਨੂੰ ਮਹਿਸੂਸ ਹੋ ਰਿਹਾ। ਕਿਵੇਂ? ਕਿਉਂਕਿ ਸਾਡੇ ਬੱਚੇ ਹੁਣ ਦਰਾਤੜ ਬਾਹਰ ਦੀਆਂ ਦੌੜਾਂ ਬਣ ਚੁੱਕੀਆਂ ਨੇ, ਪੜ੍ਹਦੇ ਨਹੀਂ ਹੈ, ਸਟੱਡੀ ਵੱਲ ਧਿਆਨ ਨਹੀਂ ਦਿੰਦੇ। ਉਹ ਤੇ ਚਾਹੁੰਦੇ ਆ ਕਿ ਸਿੱਖਾਂ ਦੇ ਬੱਚੇ ਪੜ੍ਹਨ ਨਾ, ਪੰਜਾਬ ਦੇ ਬੱਚੇ ਪੜ੍ਹਨ ਨਾ, ਇਹ ਇਸ ਤਰ੍ਹਾਂ ਹੀ ਰਹਿਣ। ਪਰ ਆਪਾਂ ਯਤਨ ਕੀ ਕੀਤਾ, ਕਈ ਬੱਚੇ ਪੜ੍ਹਨ ਵਾਲੇ ਹੁੰਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਉਣਾ ਚਾਹੁੰਦੇ ਨੇ, ਪਰ ਉਹਨਾਂ ਦੀਆਂ ਘਰ ਦੀਆਂ ਮਜਬੂਰੀਆਂ ਉਹਨਾਂ ਨੂੰ ਪੜ੍ਹਨ ਦਿੰਦੀਆਂ ਨਹੀਂ। ਪਰ ਮੈਂ ਮਹਿਸੂਸ ਕਰਦਾ ਆ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਨੇ ਉਹ ਟੀਚਾ ਉਹ ਮਿੱਥਾ ਹੋਇਆ ਕਿ ਅਸੀਂ ਘਰ ਘਰ ਦੇ ਵਿੱਚ, ਜਿੱਥੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਬਤ ਭਾਈ ਗੁਰਦਾਸ ਜੀ ਲਿਖਦੇ ਨੇ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਸੂਆ। ਉਹ ਘਰ ਘਰ ਦੇ ਵਿੱਚ ਕੀਰਤਨ ਕਿਵੇਂ ਹੋਏਗਾ? ਜਦੋਂ ਬਾਣੀ ਸਹਿਜ ਪਾਠ ਘਰ ਘਰ ਦੇ ਵਿੱਚ ਜਾਏਗਾ, ਪੜ੍ਹਾਈ ਜਦੋਂ ਘਰ ਘਰ ਵਿੱਚ ਜਾਏਗੀ, ਫਿਰ ਘਰ ਘਰ ਦੇ ਅੰਦਰ ਜਿਹੜਾ ਇਨਕਲਾਬ ਦੀ ਗੱਲਾਂ ਕੀਤੀਆਂ ਜਾਣਗੀਆਂ। ਆਪਣੀ ਐਜੂਕੇਸ਼ਨ ਦੇ, ਜਦੋਂ ਸਾਡੇ ਕੋਲ ਐਜੂਕੇਸ਼ਨ ਹੋਏਗੀ, ਕਿਉਂਕਿ ਅੱਜ ਸਮੇਂ ਦਾ ਸਭ ਤੋਂ ਵੱਡਾ ਹਥਿਆਰ ਐਜੂਕੇਸ਼ਨ ਹੈ। ਜੇ ਅਸੀਂ ਕਿਸੇ ਨੂੰ ਮਾਰ ਸਕਦੇ ਹਾਂ, ਉਹ ਐਜੂਕੇਸ਼ਨ ਨਾਲ ਮਾਰ ਸਕਦੇ ਹਾਂ, ਦੂਜੇ ਕਿਸੇ ਤਰੀਕੇ ਨਾਲ ਨਹੀਂ ਮਾਰ ਸਕਦੇ। ਤੁਸੀਂ ਮਾਰਨ ਜਾਓਗੇ ਖੁਦ ਮਰ ਜਾਓਗੇ। ਲੜਾਈ ਦਾ ਤਰੀਕਾ ਬਦਲਣਾ ਪੈਣਾ ਹੈ। ਪਰ ਉਹ ਤਰੀਕਾ ਜਿਹੜਾ ਆ, ਕਿੰਨੇ ਸਾਲਾਂ ਤੋਂ ਐਜੂਕੇਸ਼ਨ ਪੰਜਾਬ ਪ੍ਰੋਜੈਕਟ ਕਰ ਰਹੀ ਹੈ ਤੁਹਾਨੂੰ ਆਜ਼ਾਦ ਕਰਾਉਣ ਦੇ ਲਈ, ਕਿ ਤੁਸੀਂ ਆਜ਼ਾਦ ਹੋ ਜਾਓ। ਤੁਸੀਂ ਪੜੋਗੇ ਤੇ ਗੁਲਾਮੀ ਦੀ, ਅਨਪੜਤਾ ਦੀ ਗੁਲਾਮੀ ਦੀਆਂ ਜੰਜੀਰਾਂ ਚੋਂ ਬਾਹਰ ਨਿਕਲ ਜਾਓਗੇ। ਸੋਹਣੇ ਕਿਸੇ ਅਹੁਦੇ ਤੇ ਪਹੁੰਚੋਗੇ, ਆਪਣੀ ਕੌਮ ਦੀ, ਆਪਣੇ ਬੱਚਿਆਂ ਦੇ ਭਵਿੱਖ ਦੀ ਤੁਸੀਂ ਗੱਲ ਕਰ ਸਕਦੇ ਹੋ। ਪਰ ਜਦੋਂ ਸਾਡੇ ਕੋਲ ਕੋਈ ਅਹੁਦਾ ਹੀ ਨਹੀਂ ਹੈ, ਤੇ ਸਾਡੇ ਕੋਲ ਕੋਈ ਸਟੱਡੀ ਨਹੀਂ ਹੈਗੀ, ਤੇ ਮੈਂ ਕਿਸੇ ਤਰੀਕੇ ਨਾਲ ਵੀ ਕਿਸੇ ਦੀ ਆਜ਼ਾਦੀ ਦੀ ਗੱਲ ਨਹੀਂ ਕਰ ਸਕਦਾ। ਸੋ ਖੈਰ, ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਸਾਹਮਣੇ,
ਉਹ ਜਿਹੜਾ ਪ੍ਰਤੀਨਿਧ ਸੀ ਗੋਰਿਆਂ ਦਾ, ਜਿਹਨੇ ਉਹ ਸਾਰਾ ਵਾਕਾ ਵੇਖਿਆ 4 ਮਾਰਚ 1930 ਦਾ ਬੰਬਈ ਦੇ ਵਿੱਚ, ਇਹ ਵੇਖਿਆ ਕਿ ਇੱਥੇ ਜਿਹੜੇ ਲੋਕ ਸਨ ਬਾਕੀ ਤਾਂ ਸਾਰੇ ਭੱਜ ਗਏ, ਪਰ ਆ ਜਿਨ੍ਹਾਂ ਦੇ ਉਹਦੇ ਵਰਡਿੰਗ ਜਿਹੜੀ ਜੇ ਮੈਂ ਤੁਹਾਡੇ ਇੱਥੇ ਲਿਖੀ ਹੋਈ ਹੈ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਉਹ ਕੀ ਲਿਖਦਾ ਜਾ ਕੇ, ਕਹਿੰਦਾ ਭਾਰਤ ਵਿੱਚ ਇੱਕ ਅਜਿਹੀ ਕੌਮ ਵੀ ਹੈ ਜਿਨ੍ਹਾਂ ਦੇ ਸਿਰ ਉੱਤੇ ਔਰਤਾਂ ਵਾਂਗ ਵਾਲ ਹਨ, ਮੂੰਹ ਤੇ ਪਾਦਰੀਆਂ ਵਾਂਗ ਦਾੜੀ ਹੈ। ਦੇਖੋ ਉਹਦੀ ਵਰਡਿੰਗ ਹੈ ਕਿ ਸਿਰ ਦੇ ਉੱਤੇ ਵਾਲ ਕਿਵੇਂ ਦੇ, ਕਿਉਂਕਿ ਉਹ ਗੋਰੇ ਲੋਕ ਜਿਹੜੇ ਵਾਲ ਕੱਟਦੇ ਆ, ਪਰ ਉਹ ਲਿਖਦਾ ਕਿ ਔਰਤਾਂ ਵਾਂਗ ਸਿਰ ਤੇ ਵਾਲ ਨੇ, ਮਤਲਬ ਸਿੱਖਾਂ ਦੀ ਗੱਲ ਕੀਤੀ ਜਾ ਰਹੀ ਹੈ। ਮੂੰਹ ਤੇ ਪਾਦਰੀਆਂ ਵਾਂਗੀ ਦਾੜੀ ਹੈ, ਕਿਉਂਕਿ ਪਾਦਰੀ ਜਿਹੜੇ ਉਹ ਦਾੜੀ ਰੱਖਦੇ ਸਨ, ਅੱਜ ਵੱਖਰੀ ਗੱਲ ਕਟਾਈ ਜਾਂਦੇ ਨੇ, ਪੁਰਾਤਨ ਸਮੇਂ ਦੀ ਗੱਲ ਹੈ। ਇਹਨਾਂ ਦੇ ਗਲ ਵਿੱਚ ਕਹਿੰਦਾ 3-3 ਫੁੱਟੀਆਂ ਕਿਰਪਾਨਾਂ ਹੁੰਦੀਆਂ ਇਹਨਾਂ ਦੇ, ਹਮੇਸ਼ਾ ਹਰ ਇੱਕ ਦੇ ਗਲ ਦੇ ਵਿੱਚ, ਕਿਉਂਕਿ ਉਹ ਸਾਰੇ ਜਿਹੜੇ 23 ਬੰਦੇ ਗਏ ਸਨ ਉਹ ਅਕਾਲੀ ਗਏ ਸਨ, ਉਸ ਸਮੇਂ ਦੇ ਕੱਟੜ ਅਕਾਲੀ ਸਨ, ਜਿਹੜੇ ਬੇਅਮਰਤੀਆਂ ਨਹੀਂ ਸਨ, ਅੰਮ੍ਰਿਤ ਛਕਣ ਵਾਲੇ ਸਨ, ਗਲ ਵਿੱਚ 3-3 ਫੁੱਟ ਦੀਆਂ ਕਿਰਪਾਨਾਂ ਪਾਉਂਦੇ ਸਨ। ਕਹਿੰਦਾ ਬੰਬਈ ਵਿੱਚ ਪੁਲਿਸ ਦੀਆਂ ਲਾਠੀਆਂ ਪ੍ਰਹਾਰ ਵੇਲੇ ਕਿ ਇਹ ਸ਼ਾਂਤੀ ਪੂਰਵਕ ਮਾਰ ਖਾਂਦੇ, ਠੀਕ ਹੈ, ਡਿੱਗਦੇ, ਫਿਰ ਉੱਠ ਕੇ ਲਾਠੀਆਂ ਖਾਣ ਲਈ ਤਿਆਰ ਹੋ ਜਾਂਦੇ। ਹੈਰਾਨੀ ਦੀ ਗੱਲ ਇਹ ਸੀ, ਕਹਿੰਦਾ ਸਭ ਕੋਲ 3-3 ਫੁੱਟ ਦੀਆਂ ਤਲਵਾਰਾਂ ਹੋਣ ਤੇ ਵੀ ਕਿਸੇ ਦਾ ਵੀ ਹੱਥ ਜਿਹੜਾ ਸੀ ਉਹ ਤਲਵਾਰ ਦੇ ਵੱਲ ਨਹੀਂ ਗਿਆ। ਆਇਆ ਦੇਸ਼ ਦੀ ਆਜ਼ਾਦੀ। ਵੇਖੋ ਦੇਸ਼ ਦੀ ਆਜ਼ਾਦੀ ਵਿੱਚ ਸਿੱਖਾਂ ਦਾ ਯੋਗਦਾਨ ਕਿਵੇਂ ਦਾ, ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਤੇ ਉਹਦੇ ਲਈ ਸਿੱਖਾਂ ਕੋਲ ਸਭ ਕੁਝ ਹੋਣ ਦੇ ਬਾਵਜੂਦ ਫਿਰ ਵੀ ਸਿੱਖਾਂ ਨੇ, ਕਿਉਂਕਿ ਐਤ ਸੀਗਾ ਇੱਥੇ ਸ਼ਾਂਤੀ ਪੂਰਵਕ ਜਿਹੜਾ ਆ ਅਸੀਂ ਆਪਣਾ ਇੱਥੇ ਮੀਟਿੰਗ ਕਰਨੀ ਹੈ, ਇਹਦੇ ਲਈ ਭਾਵੇਂ ਜਾਣ ਦੀ ਕੁਰਬਾਨੀ ਵੀ ਦੇਣੀ ਪੈ ਜਾਏ। ਗੋਰਿਆਂ ਨੂੰ ਪਤਾ ਲੱਗ ਗਿਆ ਸੀਗਾ ਕਿ ਇੱਕ ਇਹਨਾਂ ਦੀ ਭਾਰਤ ਵਿੱਚ ਇੱਕ ਇਵੇਂ ਦੀ ਕੌਮ ਹੈ ਜਿਹੜੀ ਮਰਨ ਮਿਟ ਦਾ ਜਜ਼ਬਾ ਰੱਖਦੀ, ਇਹ ਉਹ ਹੈ ਜਿਹੜੇ ਮਰਨ ਤੋਂ ਬਾਅਦ ਵੀ ਲੜਦੇ ਨੇ, ਇਹ ਉਹ ਕੌਮ ਹੈ। ਭਾਰਤ ਐਵੇਂ ਨਹੀਂ ਆਜ਼ਾਦ ਹੋਇਆ, ਖਾਲੀ ਤਿਰੰਗੇ ਝੰਡੇ ਲਾਉਣ ਨਾਲ ਆਜ਼ਾਦੀ ਨਹੀਂ ਮਿਲਦੀ, ਪਰ ਇਹਦੇ ਪਿਛੋਕੜ ਜਾਓ ਕਿ ਤਿਰੰਗਾ ਝੰਡਾ ਆ ਕਿਵੇਂ ਗਿਆ, ਕਿਉਂਕਿ ਤਿਰੰਗੇ ਨੂੰ ਖੜਨ ਕਰਨ ਵਾਲਾ ਨਿਸ਼ਾਨ ਸਾਹਿਬ ਹੈ, ਠੀਕ ਹੈ, ਮਾਂ ਨਿਸ਼ਾਨ ਸਾਹਿਬ ਹੈ, ਬੱਚਾ ਅੱਗੇ ਤਿਰੰਗਾ ਆ, ਤੇ ਅਸੀਂ ਮਾਂ ਨੂੰ ਪਿੱਛੇ ਕਰਕੇ ਤਿਰੰਗੇ ਨੂੰ ਅੱਗੇ ਨਹੀਂ ਕਰ ਸਕਦੇ। ਮੂਹਰੇ ਪਹਿਲਾਂ ਮਾਂ ਹੋਏ, ਮਾਂ ਤੋਂ ਬਿਨਾਂ ਬੱਚਾ ਹੀ ਨਹੀਂ। ਤਿਰੰਗਾ ਤੇ ਅੱਜ 75 ਸਾਲ ਦੀ ਗੱਲ ਹੈ ਨਾ, ਤੇ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਕਦੋਂ ਮਿਲਿਆ? 1699 ਦੇ ਵਿੱਚ। 300 ਵਾਹਿਗੁਰੂ 323 ਸਾਲ ਪੁਰਾਣੀ ਗੱਲ। ਹੁਣ ਨਿਸ਼ਾਨ ਸਾਹਿਬ 323 ਸਾਲ ਪੁਰਾਣਾ, ਤੇ ਨਿਸ਼ਾਨ ਜਿਹੜਾ ਤਿਰੰਗਾ ਆ ਉਹ 75 ਸਾਲ। ਆਜ਼ਾਦੀ ਕਿਵੇਂ ਮਿਲ ਗਈ? ਕਿਉਂਕਿ ਨਿਸ਼ਾਨ ਸਾਹਿਬ ਨੇ ਆਜ਼ਾਦੀ ਲੈ ਕੇ ਦਿੱਤੀ ਸਾਨੂੰ, ਐਵੇਂ ਨਹੀਂ ਭਾਰਤ ਦੇ ਚਿਹਰੇ ਤੇ ਲਾਲੇ ਹੁੰਦੀ। ਖੈਰ, ਇਤਿਹਾਸ ਦੀ ਗੱਲ ਹੋਰ ਮੈਂ ਤੁਹਾਡੇ ਸਾਹਮਣੇ ਸਾਂਝੀ ਰੱਖਦਾ, ਕਿਉਂਕਿ ਭਾਰਤ ਦੇਸ਼ ਨੂੰ ਆਜ਼ਾਦੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਸਿੱਖਾਂ ਦਾ ਯੋਗਦਾਨ ਕੀ ਸੀਗਾ, ਸਿੱਖਾਂ ਨੇ ਕਿੱਥੇ ਕਿੱਥੇ ਜਾ ਕੇ ਕਿਵੇਂ ਕਿਵੇਂ ਕੁਰਬਾਨੀਆਂ ਕੀਤੀਆਂ, ਕਿਵੇਂ ਕਿਵੇਂ ਸਾਡੇ ਨਾਲ ਜਿਹੜੇ ਧੱਕੇ ਹੁੰਦੇ ਰਹੇ, ਕਿਵੇਂ ਕਿਵੇਂ ਲੋਕ ਸਾਡਾ ਸਾਥ ਦਿੰਦੇ ਰਹੇ। ਇੱਕ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਜਿਨ੍ਹਾਂ ਦੇ ਕਦੀ ਜਿਹੜੇ ਅੱਜ ਦੇਸ਼ ਦਾ ਪੂਰਾ ਸ਼ੇਰ ਬਣ ਜਾਂਦੇ ਨੇ, ਕਈ ਵਾਰੀ ਜਿਨ੍ਹਾਂ ਨੂੰ ਪਿੱਛੇ ਉਹਨਾਂ ਦਾ ਪਿਛੋਕੜ ਪੜ੍ਹ ਕੇ ਵੇਖੋ, ਉਹਨਾਂ ਦੇ ਪਿੱਛੇ ਉਹਨਾਂ ਦਾ ਇਤਿਹਾਸ ਕੁਛ ਨਹੀਂ ਹੁੰਦਾ, ਪਰ ਉਹ ਸਾਡੇ ਸਾਹਮਣੇ ਉਹਨਾਂ ਨੂੰ ਪੇਸ਼ ਇਵੇਂ ਦਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਬੜੀ ਵੱਡੀ ਕੁਰਬਾਨੀ ਕੀਤੀ ਹੈ ਜੀ। ਜਿਵੇਂ ਲਾਲਾ ਲਾਜਪਤ ਰਾਏ ਜੀ, ਉਹਨੂੰ ਕਹਿੰਦੇ ਜੀ ਉਹਨੇ ਆਜ਼ਾਦੀ ਦਿਵਾਈ, ਪਰ ਜਦੋਂ ਇਤਿਹਾਸ ਦਾ ਪਿਛੋਕੜ ਵੇਖੀਏ, ਲਾਲਾ ਲਾਜਪਤ ਰਾਏ ਨੂੰ ਇੱਕ ਵਾਰੀ ਨਾ ਪੁਲਿਸ ਨੇ ਇੱਕ ਸੋਟੀ ਮਾਰੀ ਸੀ, ਸਿਰਫ ਇੱਕ ਸੋਟੀ, ਉਹ ਸੋਟੀ ਕਰਕੇ ਹੀ ਬੱਬਰ ਸ਼ੇਰ ਬਣ ਗਏ, ਇੱਕ ਸੋਟੀ ਮਾਰੀ ਸੀ। ਪਰ ਧਿਆਨ ਮਾਰ ਕੇ ਦੇਖਿਓ, ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ, ਠੀਕ ਹੈ ਜੀ, ਉਹਨਾਂ ਦਾ ਨਾਂ ਸੀਗਾ ਸ਼ਾਮ ਸਿੰਘ, ਪਹਿਲੇ ਸ਼ਹੀਦ ਹੋਏ ਨੇ। 97 ਡਾਂਗਾ ਵੱਜੀਆਂ ਸਨ, 97 ਡਾਂਗਾ ਪੁਲਿਸ ਦੀਆਂ, ਫਿਰ ਹੀ ਉਹ ਬੰਦਾ ਸ਼ਹੀਦ ਨਹੀਂ ਹੋਇਆ, ਅਖੀਰ ਉਹ ਸ਼ਹੀਦ ਹੁੰਦਾ ਹੈ। ਪਰ 97 ਡਾਂਗਾ ਖਾ ਕੇ ਵੀ ਬੱਬਰ ਸ਼ੇਰ ਨਾ ਅਸੀਂ ਉਹਨੂੰ ਅੱਜ ਤੱਕ ਕਹਿ ਸਕਦੇ। ਪਰ ਜਿਹੜਾ ਦੇਸ਼ ਦੇ ਲਈ ਇੱਕ ਡਾਂਗ, ਉਹ ਵੀ ਪੁਲਿਸ ਦੀ ਖਾਧੀ ਆ, ਤੇ ਬਾਅਦ ਵਿੱਚ ਉਹ ਡਰਦਾ ਰਿਹਾ, ਇੱਕ ਡਾਂਗ ਖਾ ਕੇ ਕਹਿੰਦੇ ਜੀ ਬੱਬਰ ਸ਼ੇਰ ਹੈ। ਫਿਰ ਇੱਕ ਗੱਲ ਹੋਰ ਤੁਹਾਡੇ ਸਾਹਮਣੇ ਰੱਖਦਾ, ਇੱਕ ਹੋਇਆ ਜੀ ਪੰਡਿਤ ਗੋਬਿੰਦ ਵਲਭ, ਠੀਕ ਹੈ, ਉਹ ਪੰਤ ਸੀਗਾ, ਉਹਨੂੰ ਇੱਕ ਸਰਕਾਰ, ਗੋਰੀ ਸਰਕਾਰ ਨੇ ਇੱਕ ਡਾਂਗ ਮਾਰੀ ਸੀ, ਇੱਕ, ਸਾਰੀ ਉਮਰ ਕੰਬਦਾ ਰਿਹਾ, ਉਹ ਸਾਰੀ ਉਮਰ ਡਰਦਾ ਰਿਹਾ। ਪੰਡਿਤ ਸੀਗਾ ਉਹ, ਇੱਕ ਡਾਂਗ ਖਾ ਕੇ ਸਾਰੀ ਉਮਰ ਕੰਬਦਾ ਰਿਹਾ ਤੇ ਗੋਰਿਆਂ ਦਾ ਪਾਣੀ ਭਰਦਾ ਰਿਹਾ। ਅੱਜ ਉਹਨਾਂ ਨੂੰ ਵੀ ਨਾਇਕ ਬਣਾ ਦਿੱਤਾ ਆ, ਉਹਨਾਂ ਨੂੰ ਵੀ ਸਾਡੇ ਸਾਹਮਣੇ ਵੇਖਿਆ ਜਾਂਦੇ। ਵੇਖੋ ਜੀ, ਇਹ ਆਜ਼ਾਦੀ ਦੇ ਉਹ ਮੁਜੱਸਮੇ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ।
ਪਰ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਅਹਿਮ ਰੋਲ ਅਦਾ ਕੀਤਾ, ਅੱਜ ਅੱਖਾਂ ਤੋਂ ਪਰੋਖੇ ਕੀਤਾ ਜਾ ਰਿਹਾ, ਉਸ ਕੌਮ ਨੂੰ ਅੱਖਾਂ ਤੋਂ ਪਰੋਖੇ ਕੀਤਾ ਜਾ ਰਿਹਾ, ਜਿਨ੍ਹਾਂ ਨੇ ਆਜ਼ਾਦੀ ਆਪਣੇ ਆਪ ਨੂੰ ਗੁਲਾਮ ਕਰਕੇ ਦੂਜਿਆਂ ਨੂੰ ਆਜ਼ਾਦੀ ਦਿੱਤੀ। ਖੈਰ, ਇੱਕ ਵਾਕਿਆ ਹੋਰ ਤੁਹਾਡੇ ਸਾਹਮਣੇ ਸਾਂਝਾ ਕਰ ਲਿਆ। ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਜੇ ਚਾਹੁੰਦੇ ਸਿੱਖ ਆਪਣਾ ਵੱਖਰਾ ਮੁਲਕ ਬਣਾ ਸਕਦੇ ਸਨ, ਪਰ ਉਸ ਵਕਤ ਦੇ ਜਿਹੜੇ ਸਾਡੇ ਆਗੂ ਸਨ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਇਵੇਂ ਦਾ ਨਸ਼ਾ ਦਿੱਤਾ ਗਿਆ ਸੀਗਾ ਕਿ ਉਹ ਭਾਰਤ ਨੂੰ ਛੱਡ ਕੇ ਦੂਜੇ ਪਾਸੇ ਜਾਣ ਨੂੰ ਤਿਆਰ ਹੀ ਨਹੀਂ ਸਨ। 1942 ਦੀ ਗੱਲ ਤੁਹਾਡੇ ਸਾਹਮਣੇ ਰੱਖਣ ਲੱਗਾ। 1942 ਵਿੱਚ ਮਿਸਟਰ ਜਿਨਾਹ ਜਿਹੜਾ ਮੁਸਲਿਮ ਦਾ ਬਹੁਤ ਵਧੀਆ ਜਿਹੜਾ ਨਾਇਕ ਸੀਗਾ, ਉਹਨੂੰ ਉਹ ਜਾਇਜ਼ਾ ਲੈ ਚੁੱਕਾ ਸੀਗਾ ਕਿ ਸਿੱਖ ਕੌਮ ਦੁਨੀਆ ਦੀ ਸਭ ਤੋਂ ਵਧੀਆ ਮਾਰਸ਼ਲ ਕੌਮ ਹੈ, ਜੇ ਸਾਡੇ ਨਾਲ ਮਿਲ ਜਾਵੇ ਤਾਂ ਅਸੀਂ ਦੁਨੀਆ ਦਾ ਤਖਤਾ ਪਲਟ ਕੇ ਰੱਖ ਦੇਵਾਂਗੇ। ਇਹ ਗੱਲ ਦਾ ਪਤਾ ਗਾਂਧੀ ਨੂੰ ਵੀ ਸੀ, ਨਹਿਰੂ ਨੂੰ ਵੀ ਸੀਗਾ ਕਿ ਸਿੱਖ ਕੌਮ ਤੋਂ ਬਿਨਾਂ ਅਸੀਂ ਕਾਸੇ ਜੋਗੇ ਨਹੀਂ ਹੈਗੇ, ਪਰ ਜੇ ਇਹਨਾਂ ਨੂੰ ਛੱਡ ਦਿੱਤਾ ਤੇ ਇਹ ਸਾਡਾ ਜਿਹੜਾ ਰਾਜ ਭਾਗ ਤੇ ਸਾਨੂੰ ਮਿਲਣਾ ਕੱਖ ਨਹੀਂ। ਅੱਜ ਗੱਲਾਂ ਤੇ ਕਰਦੇ ਆ ਨਾ ਗਾਂਧੀ ਦੀਆਂ ਫੋਟੋਆਂ ਲੱਗ ਗਈਆਂ, ਪਰ ਗਾਂਧੀ ਨੇ ਕੀਤਾ ਕੀ ਸੀਗਾ? ਗਾਂਧੀ ਨੇ ਕੀਤਾ ਕੱਖ ਨਹੀਂ, ਸਗੋਂ ਮਰਵਾਇਆ ਸੀਗਾ। ਆਜ਼ਾਦੀ ਐਵੇਂ ਨਹੀਂ ਮਿਲੀ, ਆਜ਼ਾਦੀ ਵਿੱਚ ਅਹਿਮ ਰੋਲ ਸਿੱਖਾਂ ਦਾ ਸੀਗਾ। ਇਹ ਗੱਲ ਤੁਹਾਡੇ ਸਾਹਮਣੇ ਰੱਖਣ ਲੱਗਾ। ਮਿਸਟਰ ਜਿਨਾਹ ਨੇ ਬਰਤਾਨਵੀ ਸਰਕਾਰ ਦੇ ਕੁਝ ਬੰਦਿਆਂ ਦੇ ਨਾਲ ਸਲਾਹ ਕੀਤੀ। ਉਹ ਸਲਾਹ ਸੀਗੀ, ਉਹਨੇ ਇਹ ਜਿਹੜੀ ਆਜ਼ਾਦੀ ਸੀ ਨਾ ਭਾਰਤ ਨੂੰ ਵੱਖ ਕਰਨ ਦੀ, ਕਿ ਵਿੱਚੋਂ ਨਿਕਲ ਜਾਣ, ਮੁਸਲਮਾਨ ਵੱਖਰੇ ਹੋ ਜਾਣ, ਭਾਰਤ ਵੱਖਰਾ ਹੋ ਜਾਵੇ, ਗੋਰੇ ਨਿਕਲ ਜਾਣ। ਮਿਸਟਰ ਜਿਨਾਹ ਨੇ 1942 ਦੇ ਵਿੱਚ ਇਹ ਗੱਲ ਕੀਤੀ ਸੀ। 42 ਵਿੱਚ ਬਰਤਾਨਵੀ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਮਾਸਟਰ ਤਾਰਾ ਸਿੰਘ ਨੂੰ ਕੋਲ ਬੁਲਾਇਆ ਤੇ ਪਟਿਆਲੇ ਦੇ ਮਹਾਰਾਜੇ ਨੂੰ ਬੁਲਾਇਆ ਤੇ ਕਿਹਾ ਕਿ ਜੇ ਤੁਸੀਂ ਸਾਡਾ ਸਾਥ ਦਿੰਦੇ ਹੋ ਤੇ ਤੁਹਾਡਾ ਇਸ ਭਾਰਤ ਵਿੱਚ ਵੱਖਰਾ ਇੱਕ ਰਾਜ ਹੋਵੇਗਾ, ਵੱਖਰਾ ਮੁਲਕ ਹੋਏਗਾ ਤੁਹਾਡਾ। ਉਸ ਮੁਲਕ ਦੀਆਂ ਉਹਨਾਂ ਨੇ ਲਿਖ ਕੇ ਦਿੱਤੀਆਂ। ਉਹ ਮੁਲਕ ਦੇ ਵਿੱਚ 5 ਤਰ੍ਹਾਂ ਦੀਆਂ ਜਿਹੜੀਆਂ ਸੀਗੀਆਂ ਉਹਨਾਂ ਨੇ ਮੰਨਣ ਵਾਸਤੇ ਕਿ ਤੁਹਾਨੂੰ ਮੰਨਣ ਨੂੰ ਤਿਆਰ ਆ। 5 ਉਹਨਾਂ ਨੇ ਐਦ ਕੀਤੇ। ਉਹ ਐਦ ਸੀਗੇ ਕਿ ਸਿੱਖ ਇਸ ਇਲਾਕੇ ਵਿੱਚ ਪੂਰੇ ਤੌਰ ਤੇ ਖੁਦ ਮੁਖਤਿਆਰ ਹੋਣ, ਆਪਣੇ ਆਪ ਦੇ ਰਾਜੇ ਹੋਣਗੇ, ਕਿ ਤੁਹਾਡੇ ਉੱਤੇ ਕਿਸੇ ਦਾ ਰੋਕ ਟੋਕ ਨਹੀਂ ਹੋਏਗਾ। ਪੰਜਾਬ ਵਿੱਚ 33% ਜਿਹੜੀ ਆ ਤੇ ਹੋਰ ਇਲਾਕਿਆਂ ਵਿੱਚ 20% ਦੀਆਂ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ। ਜਦੋਂ ਇਲੈਕਸ਼ਨ ਹੋਏਗੀ ਤੁਹਾਡੀਆਂ 33% ਹੋਣਗੀਆਂ, ਜਿਹੜੀਆਂ ਅੱਜ ਕੁਝ ਪਰਸੈਂਟ ਤੱਕ ਰਹਿ ਗਈਆਂ। ਫਿਰ ਅੱਗੇ ਗੱਲ ਕੀਤੀ ਆ, ਕਹਿੰਦਾ ਪੰਜਾਬ ਦਾ ਗਵਰਨਰ ਮੁੱਖ ਮੰਤਰੀ ਹਮੇਸ਼ਾ ਸਿੱਖ ਹੀ ਹੋਵੇਗਾ। ਫਿਰ ਅੱਗੇ ਗੱਲ ਕੀਤੀ, ਫੌਜ ਵਿੱਚ ਸਿੱਖਾਂ ਦੀ 40% ਜਿਹੜੀ ਆ ਉਹ ਭਰਤੀ ਹੋਵੇਗੀ। ਫਿਰ ਕੋਈ ਵੀ ਐਸੀ ਕਾਨੂੰਨ ਨਹੀਂ ਬਣਾਇਆ ਜਾਏਗਾ ਜਿਸ ਕਾਨੂੰਨ ਦੇ ਵਿੱਚ ਜੇ ਸਿੱਖ ਨਹੀਂ ਹੈਗਾ, ਜੇ ਸਿੱਖਾਂ ਦੇ ਉਲਟ ਹੁੰਦਾ ਹੈਗਾ, ਐਸਾ ਕਾਨੂੰਨ ਨਹੀਂ ਬਣਾਇਆ ਜਾਏਗਾ। ਅੱਜ ਉਸੇ ਭਾਰਤ ਵਿੱਚ ਜਿਸ ਨੂੰ ਅਸੀਂ ਆਜ਼ਾਦ ਕਹਿੰਦੇ ਆ, ਇਹਦੇ ਵਿੱਚ ਸਾਡੇ ਖਿਲਾਫ ਪਤਾ ਨਹੀਂ ਕਿੰਨੇ ਕਾਨੂੰਨ ਬਣਾ ਕੇ ਰੱਖ ਦਿੱਤੇ। ਇੱਕ 25-20 ਧਾਰਾ ਹੈ ਜਿਹਦੇ ਵਿੱਚ ਇਹ ਭਾਰਤ ਸਾਨੂੰ ਮੰਨਦਾ ਨਹੀਂ ਹੈ ਕਿ ਤੁਸੀਂ ਸਿੱਖ ਹੋ। 25 ਦੀ 20 ਧਾਰਾ ਦੇ ਵਿੱਚ ਇਹ ਸਾਨੂੰ ਮੰਨਦੇ ਆ, ਕਹਿੰਦੇ ਕਿ ਤੁਸੀਂ ਸਿੱਖ ਨਹੀਂ ਹੈਗੇ, ਹਿੰਦੂਆਂ ਵਿੱਚੋਂ ਨਿਕਲੇ ਹੋਏ ਹੋ। ਇਹ ਕੇਸਾਧਾਰੀ ਹਿੰਦੂ ਹੈ, ਸਿੱਖ ਇੱਕ ਵੱਖਰੀ ਕੌਮ ਨਹੀਂ ਹੈ। ਪਾਕਿਸਤਾਨ ਮੰਨਦਾ ਆ, ਬਾਕੀ ਸਾਰੇ ਮੰਨਦੇ ਆ, ਪਰ ਭਾਰਤ ਜਿਹਨੂੰ ਆਜ਼ਾਦੀ ਵਿੱਚ 80% ਸਾਡੀਆਂ ਕੁਰਬਾਨੀਆਂ ਹੋਣ, ਸਿੱਖ ਕੌਮ ਦੀਆਂ ਕੁਰਬਾਨੀਆਂ ਹੋਣ, ਉਹਦੇ ਵਿੱਚ ਅੱਜ ਵੀ ਭਾਰਤ ਜਿਹੜਾ ਆ ਸਿੱਖਾਂ ਨੂੰ ਅਜੇ ਤੱਕ ਵੀ ਨਹੀਂ ਕਹਿੰਦਾ ਕਿ ਸਿੱਖ ਇੱਕ ਵੱਖਰੀ ਕੌਮ, ਅਜੇ ਤੱਕ ਨਹੀਂ ਕਹਿੰਦਾ। ਉਹਦੇ ਵਿੱਚ ਜਦੋਂ ਅਸੀਂ ਆਪਣੀ ਮੈਰਿਜ, ਜਿਵੇਂ ਸਾਰਿਆਂ ਦੇ ਵਿਆਹ ਹੁੰਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਅੱਖਾਂ ਤੇ ਸਾਹਮਣੇ, ਜਿਹਨੂੰ ਆਨੰਦ ਕਾਰਜ ਕਹਿੰਦੇ ਆ, ਅਸੀਂ ਆਨੰਦ ਕਾਰਜ ਨਾ ਕਰਦੇ ਹਾਂ, ਪਰ ਜਿਹੜਾ ਐਕਟ ਬਣਾਇਆ, ਜਦੋਂ ਅਸੀਂ ਉਹਨੂੰ ਕਾਨੂੰਨੀ ਤੌਰ ਤੇ ਪ੍ਰਵਾਨਗੀ ਲੈਣੀ ਹੋਵੇ, ਵੈਸੇ ਤੇ ਗੁਰੂ ਸਾਹਿਬ ਨੇ ਪ੍ਰਵਾਨਗੀ ਦੇ ਦਿੱਤੀ, ਇਹਦੇ ਉੱਤੇ ਵੱਡੀ ਪ੍ਰਵਾਨਗੀ ਨਹੀਂ ਹੈ, ਪਰ ਜਦੋਂ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਜਾਣਾ ਹੋਵੇ ਨਾ, ਪਤੀ ਪਤਨੀ ਨੇ, ਤੇ ਉਹਨਾਂ ਨੂੰ ਉਹ ਕਾਨੂੰਨ ਕਹਿੰਦਾ ਕਿ ਤੁਸੀਂ ਸਬੂਤ ਦਿਓ ਕਿ ਤੁਸੀਂ ਪਤੀ ਪਤਨੀ ਹੋ। ਉਹ ਫਿਰ ਕਾਨੂੰਨੀ ਤੌਰ ਤੇ ਸਾਨੂੰ ਇੱਕ ਪ੍ਰਵਾਨਗੀ ਲੈਣੀ ਪੈਂਦੀ ਹੈ ਕਿ ਸਾਡਾ ਵਿਆਹ ਹੋ ਚੁੱਕਾ ਆ। ਆਹ ਵੇਖੋ ਜੀ, ਸਾਡੇ ਸਰਕਾਰੀ ਦਰਬਾਰੇ ਸਾਰਿਆਂ ਦੇ ਵਿੱਚ ਸਾਡੇ ਮਾਤਾ ਪਿਤਾ ਹਾਜ਼ਰ ਨੇ, ਸਾਡੇ ਪਿੰਡ ਵਾਲੇ ਨੰਬਰਦਾਰ, ਪੰਚ, ਸਰਪੰਚ, ਕਾਉਂਸਲਰ ਸਾਰਿਆਂ ਨੇ ਆਹ ਵੇਖੋ ਜੀ ਉਹਨੂੰ ਯੈਸ ਕੀਤਾ ਹੋਇਆ। ਉਹਦੇ ਵਿੱਚ ਕਾਨੂੰਨ ਪਾਸ ਕਰਦਾ ਆ, ਉਹਦਾ ਇੱਕ ਸਰਟੀਫਿਕੇਟ ਬਣਾ ਕੇ ਦਿੰਦਾ, ਉਹਨੂੰ ਕਹਿੰਦੇ ਮੈਰਿਜ ਐਕਟ ਸਰਟੀਫਿਕੇਟ। ਫਿਰ ਕਾਨੂੰਨ ਜਿਹੜਾ ਆ ਸਰਕਾਰ ਜਿਹੜੀ ਮੰਨਦੀ ਕਿ ਤੁਹਾਡਾ ਜਿਹੜਾ ਆ ਵਿਆਹ ਹੋ ਚੁੱਕਾ ਆ, ਅਦਰਵਾਈਜ਼ ਉਹ ਮੰਨਦੀ ਨਹੀਂ ਹੈ ਤੁਹਾਡਾ ਵਿਆਹ। ਹੁਣ ਜਿਹੜਾ ਉਹ ਐਕਟ ਬਣਿਆ, ਉਹ ਸਿੱਖ ਮੈਰਿਜ ਐਕਟ ਨਹੀਂ ਹੈਗਾ, ਉਹ ਹਿੰਦੂ ਮੈਰਿਜ ਐਕਟ ਹੈ। ਉਸ ਐਕਟ ਰਾਹੀਂ ਜਿਹੜਾ ਆ ਸਾਨੂੰ ਪ੍ਰਵਾਨਗੀ ਮਿਲਦੀ ਹੈ ਕਿ ਤੁਸੀਂ ਸਿੱਖ ਹੋ, ਪਰ ਹਿੰਦੂ ਮੈਰਿਜ ਐਕਟ ਰਾਹੀਂ ਤੁਹਾਡਾ ਸਰਟੀਫਿਕੇਟ ਬਣੇਗਾ। ਅੱਜ ਵੀ ਇਵੇਂ ਬਣਦਾ
ਕਿਵੇਂ ਕਹਿ ਦਈਏ ਕਿ ਭਾਰਤ ਆਜ਼ਾਦ ਹੋ ਗਿਆ, ਸਿੱਖਾਂ ਲਈ ਸਿੱਖ ਇੰਨੀਆਂ ਕੁਰਬਾਨੀਆਂ ਕਰਨ ਤੇ ਸਾਡੇ ਲਈ ਇੱਕ ਵੀ ਕਾਨੂੰਨ ਵੱਖਰਾ ਨਾ ਹੋਵੇ। ਸਾਡੀ ਤੇ ਕਿਰਪਾਨ ਤੇ ਵੀ ਰੋਕ ਲੱਗਦੀ ਹੈ। ਅਸੀਂ ਜਹਾਜ਼ 'ਚ ਸਫ਼ਰ ਕਰਨਾ ਹੋਵੇ ਤੇ ਉੱਥੇ ਵੀ ਕਿਰਪਾਨ ਤੇ ਰੋਕ ਹੈ ਕਿ ਕਿਰਪਾਨ ਲੈ ਕੇ ਨਹੀਂ ਜਾ ਸਕਦੇ। ਜਿਸ ਕਿਰਪਾਨ ਨੇ ਆਜ਼ਾਦੀ ਦਿਵਾਈ ਹੋਵੇ, ਭਾਰਤ ਨੂੰ ਆਜ਼ਾਦੀ ਦਿਵਾਈ ਹੋਵੇ, ਉਹੀ ਕਿਰਪਾਨ ਜਿਹੜੀ ਹੈ ਇੱਥੇ ਬੈਨ ਹੈ। ਬੜੀ ਜਗ੍ਹਾ ਤੇ ਬੈਨ ਹੈ। ਇੱਥੋਂ ਤੱਕ ਕਿ ਜਿੰਨਾ ਸਕੂਲਾਂ ਵਿੱਚ ਤੁਸੀਂ ਪੜ੍ਹਦੇ ਹੋਣੇ ਉੱਥੇ ਕੜਾ ਵੀ ਬੈਨ ਕੀਤਾ ਹੋਏਗਾ। ਆ ਬਠਿੰਡੇ ਦੀ ਗੱਲ ਹੈ, ਬਠਿੰਡੇ ਵਿੱਚ ਇੱਕ ਬੱਚੇ ਨੂੰ ਪੇਪਰ ਦੇਣ ਤੋਂ ਜਾਣ ਤੋਂ ਰੋਕ ਦਿੱਤਾ ਕਿਉਂਕਿ ਉਹਦੇ ਹੱਥ ਵਿੱਚ ਕੜਾ ਸੀਗਾ। ਕਹਿੰਦਾ ਕੜਾ ਲਾ ਕੇ ਜਾ ਸਕਦਾ। ਅਸੀਂ ਦੂਰ ਨਾ ਜਾਈਏ, ਅਸੀਂ ਕਿਵੇਂ ਕਹਿ ਦਈਏ ਕਿ ਹੱਥ ਵਿੱਚ ਅਸੀਂ ਤਿਰੰਗਾ ਫੜ ਲਈਏ, ਕਿਉਂਕਿ ਸਾਡੇ ਨਾਲ ਧੱਕਾ ਬਹੁਤ ਹੋਇਆ ਬੇਟਾ। ਕੁਰਬਾਨੀਆਂ ਕਿੰਨੀਆਂ ਨੇ ਤੁਹਾਡੇ ਸਾਹਮਣੇ ਰੱਖਾਂਗਾ। ਜਿਹੜੀ ਮੈਂ ਗੱਲ ਕਹਿ ਸੀ ਇਹ ਮਿਸਟਰ ਜਿਨਾਹ ਨੇ ਰੱਖੀ ਸੀ। ਫਿਰ ਇਸ ਗੱਲ ਦਾ ਜਦੋਂ ਪਤਾ ਲੱਗ ਗਿਆ ਨਾ, ਉਸ ਤੋਂ ਬਾਅਦ ਇੱਕ ਗੱਲ ਹੁੰਦੀ ਹੈ, ਮਿਸਟਰ ਜਿਨਾਹ ਤੇ ਬਲਦੇਵ ਸਿੰਘ, ਮੈਂ ਤੁਹਾਡੇ ਸਾਹਮਣੇ ਨਾਂ ਰੱਖਾਂਗਾ ਉਹਦਾ, ਬਰਤਾਨਵੀ ਸੀ ਉਹਦਾ ਨਾਮ, ਬਲਦੇਵ ਸਿੰਘ ਬਰਤਾਨਵੀ। ਉਹਨੇ ਕੀ ਕੀਤਾ, ਜਦੋਂ 1947 ਤੋਂ ਥੋੜੇ ਮਹੀਨੇ ਪਹਿਲਾਂ ਇੰਗਲੈਂਡ ਦੇ ਵਿੱਚ ਮੀਟਿੰਗ ਹੁੰਦੀ ਹੈ, ਜਦੋਂ ਭਾਰਤ ਦੀ ਵੰਡ ਹੋਣੀ ਸੀ, ਮੁਸਲਮਾਨ ਦੇਸ਼ ਬਣਨਾ ਸੀ, ਪਾਕਿਸਤਾਨ ਬਣਨਾ ਸੀ, ਭਾਰਤ ਬਣਨਾ ਸੀਗਾ। ਉੱਥੇ ਬਲਦੇਵ ਸਿੰਘ ਗਿਆ ਇਸ ਪੰਜਾਬੀਆਂ ਵੱਲੋਂ, ਨਹਿਰੂ ਗਿਆ, ਗਾਂਧੀ ਗਿਆ ਭਾਰਤ ਵੱਲੋਂ, ਠੀਕ ਹੈ ਜੀ। ਉੱਥੇ ਗੱਲ ਹੋਈ ਕਿ ਪਾਕਿਸਤਾਨ ਨੂੰ ਜਿਹੜਾ ਮਿਸਟਰ ਜਿਨਾਹ ਕਹਿੰਦਾ ਪਾਕਿਸਤਾਨ ਨੂੰ ਚਾਹੁੰਦਾ, ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਜਾਏਗਾ। ਹਿੰਦੂ ਕਹਿੰਦੇ ਸਾਨੂੰ ਜਿਹੜਾ ਆ, ਮਹਾਤਮਾ ਕਹਿੰਦੇ ਸਾਨੂੰ ਭਾਰਤ ਚਾਹੀਦਾ, ਪਰ ਸਿੱਖ ਕਹਿੰਦਾ ਸਾਡਾ ਵੱਖਰਾ ਮੁਲਕ ਚਾਹੀਦਾ। ਪਰ ਕੀ ਕੀਤਾ, ਮਿਸਟਰ ਜਿਨਾਹ ਕਹਿਣ ਲੱਗਾ ਬਲਦੇਵ ਸਿੰਘ ਨੂੰ ਕਿ ਬਲਦੇਵ ਸਿੰਘ ਜਦੋਂ ਵਾਪਸੀ ਜਾਣਾ ਆ ਇੰਡੀਆ ਵਿੱਚ, ਤੂੰ ਮੇਰੇ ਨਾਲ ਜਹਾਜ਼ ਵਿੱਚ ਜਾਈਂ, 2 ਦਿਨ ਬਾਅਦ ਜਾਈਂ। ਤੇ ਇਸ ਗੱਲ ਦਾ ਪਤਾ ਲੱਗ ਗਿਆ ਗਾਂਧੀ ਤੇ ਨਹਿਰੂ ਨੂੰ। ਗਾਂਧੀ ਤੇ ਨਹਿਰੂ ਨੂੰ ਬਲਦੇਵ ਨੂੰ ਬੁਲਾ ਲਿਆ ਆਪਣੇ ਕੋਲ। ਕਹਿੰਦਾ ਜੋ ਕੁਝ ਲੈਣਾ ਤੂੰ ਸਾਡੇ ਕੋਲ ਲੈ ਲਈ। ਇੱਕ ਵਾਰੀ ਇੱਥੋਂ ਭਾਰਤ ਵਿੱਚੋਂ ਗੋਰੇ ਕੱਢਨੇ ਬਾਹਰ, ਅਸੀਂ ਇਹ ਨਿਕਲ ਗਏ, ਜੋ ਤੁਹਾਨੂੰ ਚਾਹੀਦਾ ਹੋਇਆ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹਾਂ, ਲਿਖ ਕੇ ਲੈ ਲਓ। ਪਰ ਸਾਡੇ ਵਾਅਦਾ ਕੀਤਾ ਤੇ ਜਾ ਕੇ ਬਲਦੇਵ, ਕਿਉਂਕਿ ਇਹ ਕੌਨਫੀਡੈਂਸ਼ੀਅਲ ਗੱਲ ਸੀਗੀ ਜਿਹੜੀ ਬਲਦੇਵ ਸਿੰਘ ਨੇ ਜਾ ਕੇ ਨਹਿਰੂ ਤੇ ਗਾਂਧੀ ਨੂੰ ਦੱਸਤੀ। ਨਹਿਰੂ ਤੇ ਗਾਂਧੀ ਨੇ ਬਲਦੇਵ ਸਿੰਘ ਦਾ ਬ੍ਰੇਨ ਵਾਸ਼ ਕਰ ਦਿੱਤਾ। ਉਹਨੇ ਕਹਿੰਦਾ ਜਿਹੜਾ ਚਾਹੀਦਾ ਹੋਊਗਾ ਅਸੀਂ ਇਹਨਾਂ ਹਿੰਦੂ ਭਰਾਵਾਂ ਕੋਲ ਲੈ ਲਾਂਗੇ। ਇਹ ਗੱਲ ਉੱਥੇ ਹੋ ਗਈ। ਉਸ ਤੋਂ ਬਾਅਦ ਭਾਰਤ ਦੇ ਵੰਡ ਹੁੰਦੀ ਹੈ। ਉਸ ਤੋਂ ਫਿਰ ਇੱਕ ਦੱਸਣ ਲੱਗਾ, ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੀ ਧਰਤੀ ਤੇ ਇੱਕ ਦੀਵਾਨ ਲੱਗ ਰਿਹਾ ਸੀ। ਇਸ ਦੀਵਾਨ ਦੇ ਵਿੱਚ ਜਿਹੜੀ ਤਕਰੀਰ ਹੋਈ, ਤਕਰੀਰ ਦੇ ਵਿੱਚ ਇੱਕ ਸਿੱਖ ਸੀਗਾ, ਉਹਦਾ ਨਾਮ ਤੁਹਾਡੇ ਸਾਹਮਣੇ ਰੱਖਣ ਲੱਗਾ। ਉਸ ਤਕਰੀਰ ਨੇ, ਦੀਵਾਨ ਸੀਗਾ, ਤਕਰੀਰ ਵਿੱਚ ਮਧੂਸੂਦਨ ਸਿੰਘ ਆ, ਕਿਉਂਕਿ ਉੱਥੇ ਗੱਲਾਂ ਚੱਲ ਰਹੀਆਂ ਸੀ ਆਜ਼ਾਦੀ ਦੀਆਂ। ਆਜ਼ਾਦੀ ਦੇ ਵਿੱਚ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਸੀ ਕਿ ਤੁਹਾਨੂੰ ਵੱਖਰਾ ਮੁਲਕ ਦਿੱਤਾ ਜਾਏਗਾ, ਵੱਖਰਾ ਤੁਹਾਡੀ ਬੋਲੀ ਦੇ ਆਧਾਰ ਤੇ ਖਿੱਤਾ ਹੋਏਗਾ, ਤੁਹਾਡੇ ਕਾਨੂੰਨ ਵੱਖਰੇ ਹੋਣਗੇ। ਤੇ ਮਧੂਸੂਦਨ ਸਿੰਘ ਨੇ ਗੱਲ ਕਹੀ ਕਿ ਜੇ ਇਹਨਾਂ ਗੱਲਾਂ ਤੋਂ ਕਾਂਗਰਸ ਮੁਨਕਰ ਹੋ ਗਈ ਫਿਰ ਕੀ ਕਰਾਂਗੇ ਅਸੀਂ। ਗਾਂਧੀ ਉੱਥੇ ਬੈਠਾ ਸੀ। ਗਾਂਧੀ ਨੇ ਇੱਕਦਮ ਜਿਹੜਾ ਆ ਮੌਕੇ ਨੂੰ ਸੰਭਾਲਿਆ। ਕਹਿੰਦੇ ਕਿ ਇਹ ਕਿਵੇਂ ਹੋ ਸਕਦਾ ਕਿ ਅਸੀਂ ਤੁਹਾਨੂੰ ਨਹੀਂ ਦੇਵਾਂਗੇ, ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਕਿ ਤੁਹਾਡੇ ਨਾਲ ਕਦੀ ਵੀ ਧੋਖਾ ਨਹੀਂ ਕਰੇਗੀ ਕਾਂਗਰਸ ਸਰਕਾਰ। ਜੇ ਕਾਂਗਰਸ ਸਰਕਾਰ ਤੁਹਾਡੇ ਨਾਲ ਧੋਖਾ ਕਰੇਗੀ, ਉਹ ਆਪਣੀ ਜਿਹੜੀ ਬਰਬਾਦੀ ਦਾ ਕਾਰਨ ਖੁਦ ਹੋਏ। ਇਹ ਗਾਂਧੀ ਨੇ ਗੱਲ ਕਹੀ ਸੀ। ਸਮਾਂ ਪਿਆ। ਉਸ ਤੋਂ ਬਾਅਦ ਜਦੋਂ ਆਜ਼ਾਦੀ ਦੀ ਗੱਲ ਚੱਲਦੀ ਹੈ, ਉਸ ਫਲਾਈਟ ਦੇ ਵਿੱਚ ਵਾਪਸੀ ਜਿਸ ਦਿਨ ਆਉਣਾ ਸੀਗਾ, ਉਸੇ ਦਿਨ ਹੀ ਬਲਦੇਵ ਸਿੰਘ ਨਾਲ ਆ ਗਿਆ। ਭਾਰਤ ਨੂੰ ਇਹ ਆਜ਼ਾਦੀ ਮਿਲਦੀ ਹੈ। ਹੁਣ ਦੱਸਿਓ, ਮੈਂ ਤੁਹਾਨੂੰ ਦੱਸਣ ਲੱਗਾ ਇਹਦੇ ਵਿੱਚ ਕੁਰਬਾਨੀਆਂ ਕੀ ਹੋਈਆਂ, ਕਿੰਨੇ ਇਹ ਪਿਛੋਕੜ ਤੋਂ ਜਿਹੜੀ ਮੈਂ ਗੱਲ ਸੁਣਾਈ ਆ ਉੱਥੋਂ ਦੇ ਲੈ ਕੇ ਤੁਹਾਡੇ ਸਾਹਮਣੇ ਰੱਖਣ ਲੱਗਾ। ਫਾਂਸੀ ਤੇ 93 ਸਿੱਖ ਚੜੇ ਆ। ਜਦੋਂ ਫਾਂਸੀ ਦੀ ਗੱਲ ਹੁੰਦੀ ਹੈ ਆਜ਼ਾਦੀ ਲਈ, 93 ਸਿੱਖ ਚੜਦੇ ਨੇ। ਉਹਦੇ ਵਿੱਚੋਂ 28 ਜਿਹੜੇ 28 ਜਿਹੜੇ ਨੇ ਦੂਜੇ ਚੜਦੇ ਨੇ, 93 ਸਿੱਖ ਚੜਦੇ ਨੇ ਤੇ ਟੋਟਲ ਹੈ 121 121 ਜਿਹੜੇ ਲੋਕਾਂ ਦੀ ਜਿਹੜੀ ਆ ਫਾਂਸੀ ਦੀ ਸਜ਼ਾ ਹੁੰਦੀ ਹੈ। ਪਰ ਜਿਹਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਅਹਿਮ ਰੋਲ ਅਦਾ ਕੀਤਾ ਜਾਂਦਾ ਉਹ ਸਿੱਖ ਕੌਮ ਹੈ। 93 ਕੁਰਬਾਨੀਆਂ ਜੋ ਅਪਰੋਕਸੀਮੇਟ ਅਸੀਂ ਸਾਰਾ ਜਦੋਂ ਕਰਕੇ ਵੇਖਦੇ ਹਾਂ, 83% ਕੁਰਬਾਨੀਆਂ ਸਿੱਖਾਂ ਦੀਆਂ ਇਸ ਭਾਰਤ ਨੂੰ ਆਜ਼ਾਦ ਕਰਾਉਣ ਦੇ ਵਿੱਚ, 83%। ਪਰ ਜਦੋਂ ਹੱਕਾਂ ਦੀ ਗੱਲ ਆਵੇ, ਇੱਥੇ 1% ਸਾਨੂੰ ਹੱਕ ਲੈਣ ਦਾ ਇਜਾਜ਼ਤ ਨਹੀਂ ਹੈਗੀ। 1% ਪੰਜਾਬ ਦੇ ਵਿੱਚ ਤੁਸੀਂ ਜ਼ਮੀਨ ਖਰੀਦ ਸਕਦੇ ਹੋ, ਕੋਈ ਵੀ ਆ ਕੇ ਖਰੀਦ ਸਕਦਾ। ਬਿਹਾਰ ਤੋਂ ਭਈਆ ਆ ਕੇ ਵੀ ਇੱਥੇ ਜਿਹੜੀ ਆ ਜ਼ਮੀਨ ਖਰੀਦ ਲੂਗਾ। ਪਰ ਜੇ ਪੰਜਾਬ ਦਾ ਬੰਦਾ ਜਾ ਕੇ ਹਿਮਾਚਲ ਜ਼ਮੀਨ ਖਰੀਦੇਗਾ, ਉਹਨੂੰ ਇਜਾਜ਼ਤ ਨਹੀਂ ਹੈਗੀ ਕਿ ਉੱਥੇ ਜਾ ਕੇ ਤੂੰ ਜ਼ਮੀਨ ਖਰੀਦ ਲੈ। ਪੰਜਾਬ ਵਾਲਾ ਬੰਦਾ ਜਾ ਕੇ ਹਿਮਾਚਲ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ। ਇਹ ਆ ਹਿਮਾਚਲ ਕੋਈ ਪੰਜਾਬ ਤੋਂ, ਕੋਈ ਭਾਰਤ ਤੋਂ ਵੱਖਰਾ ਤੇ ਨਹੀਂ ਹੈਗਾ, ਭਾਰਤ ਦੇ ਵਿੱਚ ਆ, ਪਰ ਇਹ ਹੱਕ ਹੈ ਸਾਡਾ ਇੱਥੇ।
93% ਕੁਰਬਾਨੀਆਂ ਕਰਨ ਤੋਂ ਬਾਅਦ, 83% ਕੁਰਬਾਨੀਆਂ, 93 ਫਾਂਸੀ ਚੜਨ ਤੋਂ ਬਾਅਦ, ਰੱਸਿਆਂ ਨੂੰ ਚੁੰਮ ਕੇ ਜਿਨ੍ਹਾਂ ਨੇ ਫਾਂਸੀਆਂ ਲਈਆਂ ਹੋਣ, ਠੀਕ ਹੈ, ਭਗਤ ਸਿੰਘ, ਰਾਜਦੇਵ, ਸੁਖਦੇਵ, ਰਾਜਗੁਰੂ ਸੁਖਦੇਵ, ਜਿਨ੍ਹਾਂ ਨੇ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਹੋ। ਤੇ ਮੈਂ ਦੱਸਦਾ ਜਾਵਾਂ, ਅਹਿਮ ਰੋਲ ਅਦਾ ਕੀਤਾ ਸੀ ਭਗਤ ਸਿੰਘ ਨੂੰ ਫਾਂਸੀ ਤੇ ਚੜਾਉਣ ਲਈ ਗਾਂਧੀ ਨੇ। ਇਹ ਬੰਦਾ ਚੜ ਜਾਵੇ, ਕਿਉਂਕਿ ਗਾਂਧੀ ਬੋਲਿਆ ਤੇ ਭਗਤ ਸਿੰਘ ਨੂੰ ਫਾਂਸੀ ਨਹੀਂ ਸੀ ਹੋ ਸਕਦੀ, ਪਰ ਗਾਂਧੀ ਬੋਲਿਆ ਨਹੀਂ, ਗਾਂਧੀ ਨੇ ਆਵਾਜ਼ ਨਹੀਂ ਚੁੱਕੀ, ਕਹਿੰਦਾ ਮਰਦਾ ਤੇ ਮਰਦੇ, ਫਾਂਸੀ ਤੇ ਚੜਨ ਦੇ ਕੋਈ ਗੱਲ। ਜੇ ਬੋਲ ਪੈਂਦਾ ਇਹਨਾਂ ਨੂੰ ਫਾਂਸੀ ਨਹੀਂ ਸੀ ਹੋਣੀ। ਖੈਰ ਸਮਾਂ ਪਿਆ, ਮੈਂ ਅੱਗੇ ਬੇਨਤੀ, ਉਮਰ ਕੈਦ ਜਿਹੜੀ ਹੋਈ ਹੈ, ਉਮਰ ਕੈਦ ਦੇ ਵਿੱਚ ਟੋਟਲ 2147 2147 ਲੋਕਾਂ ਨੂੰ ਫਾਂਸੀ, ਵਾਹਿਗੁਰੂ, ਉਮਰ ਕੈਦ ਹੋਈ ਆ। ਬੇਟਾ ਉਮਰ ਕੈਦ ਦਾ ਮਤਲਬ ਸਾਰੀ ਉਮਰ ਜੇਲ੍ਹ ਦੇ ਵਿੱਚ ਉੱਥੇ ਮਰਨਾ, ਇੱਕ ਤਰ੍ਹਾਂ ਦੀ ਇਹਦੀ ਸ਼ਹਾਦਤ ਹੈ। ਪਰ ਉਮਰ ਕੈਦ ਹੋਈ ਹੈ 2147, ਜਿਹਦੇ ਵਿੱਚੋਂ ਮਹਿਜ਼ 499 ਲੋਕ ਜਿਹੜੇ ਸਨ ਉਹ ਦੂਜੇ ਸਨ। 2147 ਦੂਜੇ ਸਿੱਖ, ਉਹਦੇ ਵਿੱਚੋਂ ਸਿਰਫ 500, ਇੱਕ ਘੱਟ 500 ਜਿਹੜੇ ਲੋਕ ਸਨ ਉਹ ਦੂਜੇ ਨੇ। ਤੇ ਟੋਟਲ 2646 ਲੋਕਾਂ ਨੂੰ ਉਮਰ ਕੈਦ ਹੁੰਦੀ ਆ। 2646 ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ ਆ 1919 ਨੂੰ। ਹੁਣ ਉੱਥੇ ਕਿਉਂਕਿ ਇਹ ਤਕਰੀਰਾਂ ਆਜ਼ਾਦੀ ਦੇ ਵਾਸਤੇ ਲੜਾਈਆਂ ਗਈਆਂ ਨੇ, ਜਿੰਨੀਆਂ ਤਕਰੀਰਾਂ ਹੋਈਆਂ ਨੇ, ਜੋ ਵੀ ਜਲਸੇ ਹੋਏ ਨੇ, ਇਹ ਆਪਣੀ ਆਜ਼ਾਦੀ ਲਈ ਹੋਈਆਂ। ਹੁਣ ਜਲਿਆਂਵਾਲੇ ਬਾਗ ਦੇ ਵਿੱਚ ਸਾਕਾ ਕਿਉਂਕਿ ਆਜ਼ਾਦੀ ਲਈ ਗੱਲ ਕੀਤੀ ਜਾ ਰਹੀ ਸੀ, ਜਿੱਥੇ ਆ ਕੇ ਗੋਰੀ ਸਰਕਾਰ ਨੇ, ਜਨਰਲ ਡਾਇਰ ਨੇ ਜਿਹੜੀਆਂ ਗੋਲੀਆਂ ਚਲਾਈਆਂ ਉੱਥੇ। ਹੁਣ ਜਨਰਲ ਡਾਇਰ ਉੱਥੇ ਉਹ ਤਕਰੀਰ ਵਿੱਚ ਪਹੁੰਚਣ ਵਾਲੇ ਕਿਹੜੇ ਸਨ, ਉਹਨਾਂ ਦੀ ਗਿਣਤੀ ਟੋਟਲ ਲਗਭਗ 1300 ਹੈ। 1300 ਲੋਕ ਉੱਥੇ ਇਕੱਠੇ ਹੋਏ ਸਨ। ਹੁਣ ਉਹਨਾਂ ਉੱਤੇ ਗੋਲੀਆਂ ਚਲਾਈਆਂ, ਜਿਹਦੇ ਵਿੱਚੋਂ 799, 800, ਇੱਕ ਘੱਟ 800 ਜਿਹੜੇ ਲੋਕ ਸਨ ਉਹ ਸਿੱਖ ਸਨ, 501 ਜਿਹੜੇ ਦੂਜੇ ਧਰਮ ਵਾਲੇ ਸਨ। ਉਹਦੇ ਵਿੱਚ ਹਿੰਦੂ, ਮੁਸਲਿਮ ਦੂਜੇ ਵੀ ਆ ਸਕਦੇ, ਪਾਰਟੀਕੂਲਰ ਇੱਕ ਕੌਮ ਦੇ ਨਹੀਂ, ਪਰ ਇੱਕ ਕੌਮ ਦੇ ਕਿਹੜੇ ਸਨ? 799, 800 ਦੇ ਕਰੀਬ ਜਿਹੜੇ ਆ ਉਹ ਸਿੱਖ ਜਲਿਆਂਵਾਲੇ ਬਾਗ ਦੇ ਸਾਕੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ। ਬਜਬਜ ਘਾਟ ਦੇ ਉੱਤੇ ਜਿਹੜੇ ਆ ਮਰੇ ਆ ਉਹ 67 ਮਰਦੇ ਨੇ ਉੱਥੇ ਦੂਜੇ ਧਰਮ ਦਾ ਜਿਹੜਾ ਆ, ਉਹ 46 ਦੂਜੇ ਧਰਮ ਦੇ ਮਰਦੇ ਨੇ, ਪਰ 66 ਜਿਹੜੇ ਆ ਉਹ ਆਪਣੇ ਮਰਦੇ ਨੇ, ਸਿੱਖ ਕੌਮ ਦੇ ਮਰਦੇ ਨੇ। ਕੂਕਾ ਲਹਿਰ ਦੇ ਵਿੱਚ ਮਰਦੇ ਨੇ। ਜਦੋਂ ਕੂਕਾ ਲਹਿਰ ਸ਼ੁਰੂ ਹੋਈ ਆ ਉਹਦੇ ਵਿੱਚ 91 ਬੰਦਿਆਂ ਦੀ ਸ਼ਹਾਦਤ ਹੁੰਦੀ ਹੈ, ਦੂਜਾ ਕੋਈ ਵੀ ਨਹੀਂ ਮਰਦਾ, ਉਦੋਂ ਕਿਸੇ ਦੀ ਸ਼ਹਾਦਤ ਨਹੀਂ। ਅਕਾਲੀ ਲਹਿਰ ਜਦੋਂ ਸ਼ੁਰੂ ਹੁੰਦੀ ਹੈ, ਠੀਕ ਹੈ ਜੀ, ਜਿਹੜੇ ਆਪਾਂ ਪਿੱਛੇ ਦੌਰ ਮੈਂ ਤੁਹਾਡੇ ਸਾਹਮਣੇ ਰੱਖਿਆ, 1920 ਤੋਂ ਲੈ ਕੇ 1930-31 ਤੱਕ ਜਿੰਨੇ ਵੀ ਗੁਰਦੁਆਰਾ ਸੁਧਾਰ ਲੈ ਰਿਹਾ, ਫਿਰ ਗੁਰਚਾਬੀਆਂ ਦਾ ਮੋਰਚਾ ਹੈ, ਜਿੰਨੇ ਵੀ ਸ਼ਹਾਦਤ, ਲਗਭਗ 500 ਦੇ ਕਰੀਬ ਸ਼ਹਾਦਤਾਂ ਹੁੰਦੀਆਂ, ਪਰ 500 ਦੇ 5 ਜਿਹੜੇ ਨੇ ਉਹ ਅਕਾਲੀ ਸ਼ਹੀਦ ਹੁੰਦੇ ਨੇ ਇਸ ਭਾਰਤ ਦੀ ਆਜ਼ਾਦੀ ਦੀਆਂ ਗੱਲਾਂ ਕਰਨ ਦੇ ਲਈ, ਕਿਉਂਕਿ ਜੇ ਗੋਰੇ ਨਿਕਲਣਗੇ ਭਾਰਤ ਆਜ਼ਾਦ ਹੋਏਗਾ। ਇਹ ਲਗਭਗ ਜਿਹੜੇ 4771 ਲੋਕ ਸ਼ਹਾਦਤ ਹੁੰਦੇ ਨੇ, ਜਿਹਦੇ ਵਿੱਚੋਂ 3697 ਸਿੱਖ ਮਰਦੇ ਨੇ, ਸਿੱਖ ਸ਼ਹੀਦ ਹੁੰਦੇ ਨੇ, ਮਹਿਜ਼ 1074 ਲੋਕ ਦੂਜੇ ਮਰਦੇ ਨੇ, ਦੂਜੇ ਕੌਮ। ਤੁਸੀਂ ਆਪ ਜਾਇਜ਼ਾ ਲਾ ਲਓ ਕਿ ਸਿੱਖ ਕੌਮ ਦਾ ਇਸ ਆਜ਼ਾਦੀ ਦੇ ਵਿੱਚ ਕਿੰਨਾ ਵੱਡਾ ਯੋਗਦਾਨ ਹੈ। ਮੈਂ ਕੱਲ ਇੱਕ ਵਿਚਾਰ ਪਾਉਣਾ, ਤੇ ਕੱਲ ਪਰਸੋਂ ਇੱਕ ਮੈਂ ਵਿਚਾਰ ਪਾਇਆ, ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਉਹ ਵਿਚਾਰ ਸੀਗਾ, ਇਸ ਝੰਡੇ ਦੇ ਬਾਬਤ ਗੱਲ ਕੀਤੀ ਸੀਗੀ ਕਿ ਅਸੀਂ ਅੱਜ ਝੰਡਾ ਕਿਸੇ ਨੂੰ ਫੜਾਉਣੇ ਤਾਂ ਜ਼ਰੂਰ ਹੈ, ਪਰ ਉਸ ਝੰਡੇ ਨੂੰ ਫੜਾਉਣ ਦੇ ਲਈ ਸਾਨੂੰ ਉਸ ਬੰਦੇ ਨੂੰ ਝੰਡੇ ਦੇ ਕਾਬਿਲ ਬਣਾਉਣਾ ਚਾਹੀਦਾ ਆ। ਉਹ ਬੰਦਾ ਮਾਣ ਕਰੇ ਕਿ ਮੈਂ ਇਸ ਦੇਸ਼ ਵਿੱਚ ਰਹਿ ਰਿਹਾ, ਜ਼ਬਰਦਸਤੀ ਨਹੀਂ, ਮਾਣ ਮਹਿਸੂਸ ਹੋਣਾ ਚਾਹੀਦਾ। ਤੇ ਉਹ ਸੀਗਾ, ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਹਾਂਜੀ, ਉਹ ਇਹ ਵਿਚਾਰ ਸੀਗਾ ਮੇਰਾ, ਮਾਣ ਮਹਿਸੂਸ ਕਰਾਓ। ਦੇਸ਼ ਦੀ ਆਜ਼ਾਦੀ ਇੰਨੀ ਸਸਤੀ ਨਹੀਂ ਹੈ, ਦੇਸ਼ ਦੀ ਆਜ਼ਾਦੀ ਇੰਨੀ ਸਸਤੀ ਨਹੀਂ ਹੈ, ਪਰ ਇਹਨਾਂ ਲੋਕਾਂ ਨੇ ਇੰਨੀ ਅਜੋਕੇ ਸਮੇਂ ਨੇ ਇੰਨੀ ਸਸਤੀ ਕਰ ਦਿੱਤੀ ਹੈ ਕਿ ਦੇਸ਼ ਦਾ ਝੰਡਾ ਫੜਨ ਲਈ ਵੀ ਕੋਈ ਤਿਆਰ ਨਹੀਂ ਹੈਗਾ। ਦੇਸ਼ ਦਾ ਝੰਡਾ ਫੜਨ ਲਈ ਵੀ ਕੋਈ ਤਿਆਰ ਨਹੀਂ ਹੈ। ਇੰਨੀ ਮਹਿੰਗੀ ਆਜ਼ਾਦੀ ਹੈ, ਇੰਨੀ ਸਸਤੀ ਕਰ ਦਿੱਤੀ ਕਿ ਦੇਸ਼ ਦਾ ਝੰਡਾ ਫੜਨ ਲਈ ਕੋਈ ਤਿਆਰ ਨਹੀਂ ਹੈ। ਇੱਥੋਂ ਪਤਾ ਚੱਲਦਾ ਹੈ ਕਿ ਦੇਸ਼ ਦੀ ਜਨਤਾ ਜਿਹੜੀ ਹੈ ਹੁਕਮਰਾਨਾਂ ਕੋਲੋਂ ਕਿੰਨੀ ਦੁਖੀ ਹੈ। ਜਿਹੜੀ ਅਜੋਕੇ ਇਸ ਦੇਸ਼ ਨੂੰ ਚਲਾ ਰਹੇ ਨੇ, ਉਹਨਾਂ ਕੋਲੋਂ ਇੰਨੀ ਦੁਖੀ ਹੈ ਕਿ ਵੀ ਤੁਹਾਡੇ ਦੇਸ਼ ਵਿੱਚ ਰਹਿਣ ਨੂੰ ਸਾਡਾ ਜੀ ਨਹੀਂ ਕਰਦਾ, ਸਾਨੂੰ ਵੱਖਰਾ ਕਰ ਦਿੱਤਾ ਜਾਵੇ। ਕਿ ਤੁਸੀਂ ਇੰਨੇ ਗਿਰ ਚੁੱਕੇ ਹੋ ਇੱਕ ਪਰਿਵਾਰ ਦੇ ਲਈ,
ਇੱਕ ਲੋਕਾਂ ਦੇ ਲਈ ਤੁਸੀਂ ਪੂਰਾ ਦੇਸ਼ ਜਿਹੜਾ ਹੈ ਉਹਨਾਂ ਦੀ ਝੋਲੀ ਪਾਉਣ ਨੂੰ ਤਿਆਰ ਹੋ ਜਾਂਦੇ ਹੋ, ਮਾਰਨ ਲਈ ਤਿਆਰ ਹੋ ਜਾਂਦੇ ਨੇ। ਹੁਣ ਦੇਖੋ ਨਵੇਂ ਤੋਂ ਨਵੇਂ ਕਾਨੂੰਨ ਬਣਦੇ ਜਾ ਰਹੇ, ਪਰ ਜਿਹੜੇ ਪੁਰਾਣੇ ਕਾਨੂੰਨ ਹੈ ਉਹਨਾਂ ਵਿੱਚ ਸੋਧ ਨਹੀਂ ਕੀਤੀ ਜਾਂਦੀ। ਫੌਜ ਦਾ ਕਾਨੂੰਨ ਅਲੱਗ ਕਰ ਦਿੱਤਾ, ਫਿਰ ਕਾਹਦੀ ਆਜ਼ਾਦੀ ਹੈ? ਫੌਜ ਸਿਰਫ 4 ਸਾਲ ਦੀ ਭਰਤੀ ਰਹਿ ਗਈ ਕਿ 4 ਸਾਲ ਬੰਦਾ ਕਰੂਗਾ, ਮੁੜ ਕੇ ਉਹਨੂੰ ਘਰ ਤੋਰ ਦਿੱਤਾ ਜਾਏਗਾ। 4 ਸਾਲਾਂ ਤੇ ਉਹਨੂੰ ਪਤਾ ਹੀ ਨਹੀਂ ਲੱਗਣਾ ਕਿ ਮੈਂ ਦੇਸ਼ ਦੀ ਰਖਵਾਲੀ ਲਈ ਜਾਣਾ ਆ। ਉਹਨੇ ਕਹਿਣਾ ਮੈਂ 4 ਸਾਲ ਹੀ ਆ, ਮਰਨ ਲਈ ਉਹਨੇ ਤਿਆਰ ਨਹੀਂ ਹੋਣਾ, ਮਰਨ ਲਈ ਉਹਨੇ ਤਿਆਰ ਨਹੀਂ ਹੋਣਾ। ਜੋ ਜਜ਼ਬਾ ਸਿੱਖ ਕੌਮ ਦੇ ਅੰਦਰ ਹੈ, ਤੇ ਜਾਣਗੇ ਨਹੀਂ ਭਰਤੀ ਵੱਲ। ਤੇ ਫਿਰ ਬਾਹਰੋਂ ਜਿਹੜੀਆਂ ਤਾਕਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਇਹ ਦੇਸ਼ ਹੁਣ ਕਮਜ਼ੋਰ ਪੈਂਦਾ ਜਾ ਰਿਹਾ, ਉਹਨਾਂ ਨੇ ਹਮਲੇ ਕਰਨੇ ਆ, ਭਾਰਤ ਦੇ ਟੁਕੜੇ ਕਰਕੇ ਰੱਖ ਦੇਣੇ ਆ। ਇਹ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ਹੈ। ਖੈਰ ਅੱਗੇ ਮੈਂ ਜਿਹੜਾ ਵਿਚਾਰ ਲਿਖਿਆ ਸੀ ਉਹ ਇਹ ਆ, ਦੇਸ਼ ਦੀ ਆਜ਼ਾਦੀ ਇੰਨੀ ਸਸਤੀ ਕਰ ਦਿੱਤੀ ਹੈ ਕਿ ਦੇਸ਼ ਦਾ ਝੰਡਾ ਫੜਨ ਲਈ ਲਾਲਚ ਦਿੱਤੇ ਜਾਂਦੇ ਨੇ। ਵੇਖਿਆ ਨਾ ਤੁਸੀਂ WhatsApp ਤੇ, ਝੰਡਾ ਦਵਾਂਗੇ, ਜੇ ਝੰਡਾ ਲਏਗਾ ਤੇ ਤੈਨੂੰ ਅਸੀਂ ਨਾਲ ਰਾਸ਼ਨ ਦਵਾਂਗੇ, ਝੰਡਾ ਫੜ ਤੈਨੂੰ ਰਾਸ਼ਨ ਮਿਲੇਗਾ, ਲਾਲਚ ਦਿੱਤੇ ਜਾਂਦੇ ਨੇ। ਤੇ ਮੈਂ ਇਹ ਲਿਖਿਆ ਸੀਗਾ, ਇੱਥੋਂ ਪਤਾ ਚੱਲਦਾ ਕਿ ਦੇਸ਼ ਦੀ ਜਨਤਾ ਹੁਕਮਰਾਨਾਂ ਕੋਲੋਂ ਕਿੰਨੀ ਦੁਖ ਰਹੀ ਹੈ। ਜ਼ਬਰਦਸਤੀ ਕਿਸੇ ਨੂੰ ਝੰਡਾ ਨਾ ਫੜਾਓ, ਉਸ ਨੂੰ ਮਾਣ ਮਹਿਸੂਸ ਕਰਾਓ, ਮਾਣ ਮਹਿਸੂਸ ਕਰਾਓ ਕਿ ਤੂੰ ਇਸ ਭਾਰਤ ਦੇਸ਼ ਦਾ ਵਾਸੀ ਹੈ। ਇੱਕ ਬੇਟਾ ਤੁਸੀਂ ਸਾਰੇ ਪੜ੍ਹਦੇ ਹੋਣੇ ਆ, ਨੈਸ਼ਨਲ ਐਂਥਮ ਜਿਹਨੇ ਲਿਖਿਆ ਨਾ, ਉਹਦਾ ਨਾਂ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਜਿਹਨੇ ਮੈਂ ਸੁਣਾ, ਇਹ ਮੇਰੇ ਧਿਆਨ ਚੋਂ ਨਿਕਲ ਗਿਆ, ਫਿਰ ਮੈਂ ਧਿਆਨ ਚ ਲਿਆ ਕੇ ਤੁਹਾਡੇ ਦਿਖਾਵਾਂਗਾ। ਰਵਿੰਦਰਨਾਥ ਟੈਗੋਰ ਨੇ ਲਿਖਿਆ, ਉਹ ਲਿਖਦਾ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਉਹ ਲਿਖਦਾ ਆਪਣੀ ਕਲਮ ਨਾਲ, ਅਖੀਰ ਫਿਰ ਉਹਨੂੰ ਲਿਖਣਾ ਪੈਂਦਾ ਹੈ। ਕਹਿੰਦਾ ਮੇਰੀ ਕਲਮ ਨੇ ਗਲਤ ਲਿਖਦਾ, ਕਹਿੰਦਾ ਸਦੀਆਂ बीत गई जुल्मों सितम सहते हुए अब शर्म आती इस वतन को वतन कहते हुए। ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਭਾਰਤ ਦੇਸ਼ ਵਿੱਚ ਰਹਿ ਰਿਹਾ, ਇੱਥੇ ਪੈਦਾ ਹੋਇਆ, ਇੱਥੋਂ ਦੇ ਲੋਕ ਹੁਕਮਰਾਨ ਇੰਨੇ ਮਾੜੇ ਨੇ, ਇੰਨੇ ਗੰਦੇ ਨੇ ਕਿ ਜਿਹੜੀ ਆਪਣੀ ਜਨਤਾ ਦੇ ਬਾਰੇ ਸੋਚਦੇ ਨਹੀਂ। ਕਹਿੰਦਾ ਸਤੀਆਂ ਬੀਤ ਗਈ ਜ਼ੁਲਮੋਂ ਸਤਮ ਸਹਤੇ हुए अब शर्म आती इस वतन को वतन कहते हुए। ਇਹ ਜਿਹੜੀ ਆਜ਼ਾਦੀ ਹੈ ਬੇਟਾ, ਭਾਰਤ ਨੂੰ ਐਵੇਂ ਨਹੀਂ ਮਿਲੀ। ਇਸ ਭਾਰਤ ਦੀ ਚਿਹਰੇ ਤੇ ਜਿਹੜੀ ਲਾਲੀ ਹੈ ਉਹ ਸਿੱਖਾਂ ਦੀਆਂ 83% ਕੁਰਬਾਨੀਆਂ, ਤੇ ਸਾਡੀ ਇਸ ਭਾਰਤ ਵਿੱਚ ਜਿਹੜੀ ਆਬਾਦੀ ਹੈ ਉਹ 1% ਹੈ, ਕੋਈ 2% ਕਹਿੰਦਾ। ਇੱਕ ਪਾਸੇ 98 ਲੋਕ ਹੋਣ, ਇੱਕ ਪਾਸੇ 2% ਹੋਣ, ਤੇ ਜਦੋਂ ਮਰਨ ਦੀ ਗੱਲ ਹੋਵੇ ਤੇ ਸਾਰੇ ਭੱਜ ਜਾਣ, ਸਿਰਫ 2 ਸ਼ਹੀਦ ਹੋ ਜਾਣ, 2 ਮਰਨ ਲਈ ਤਿਆਰ। ਇਹ ਹੈ ਸਾਡੀ ਇਸ ਭਾਰਤ ਵਿੱਚ, ਸਾਡੀ ਗਿਣਤੀ ਮੁੱਠੀ ਭਰ ਹੈ, ਤੇ ਜਦੋਂ ਕੁਰਬਾਨੀ ਦੀ ਗੱਲ ਕਰਨੀ ਹੋਵੇ ਨਾ, ਆਜ਼ਾਦੀ ਦੀ ਗੱਲ ਕਰਨੀ ਹੋਵੇ, ਸਿੱਖ ਆਪਣਾ ਸਿਰ ਤਲੀ ਤੇ ਟਿਕਾ ਲੈਂਦਾ ਹੈ। ਇਹ ਕਾਰਨ ਮਿਲੀ ਕਿੱਥੋਂ? ਇਹਨੂੰ ਬਾਣੀ ਤੋਂ ਤਾਕਤ ਮਿਲੀ ਹੈ। ਜਿਹੜੀ ਚੀਜ਼ ਤੁਹਾਡੀ ਅੱਜ ਸੰਸਥਾ ਕਰਾ ਰਹੀ ਹੈ ਨਾ, ਐਜੂਕੇਸ਼ਨ ਪੰਜਾਬ ਪ੍ਰੋਜੈਕਟ, ਤੁਸੀਂ ਘਰ ਘਰ ਵਿੱਚ ਸਹਿਜ ਪਾਠ ਕਰ ਰਹੇ ਹੋ ਬੇਟਾ। ਸਹਿਜ ਪਾਠ ਨੇ ਅੰਦਰ ਤਾਕਤ ਦੇਣੀ ਹੈ ਲੜਨ ਦੇ ਲਈ, ਸਹਿਜ ਪਾਠ ਨੇ ਜਜ਼ਬਾ ਦੇਣਾ ਹੈ ਅੰਦਰ ਪੈਦਾ ਕਰਨ ਲਈ। ਸਹਿਜ ਪਾਠ ਤੁਹਾਨੂੰ ਪੜ੍ਹਾਈ ਦੇ ਵਿੱਚ ਇਨਕਰੇਜ ਕਰੇਗਾ। ਜਿਹੜੇ ਕਹਿੰਦੇ ਨਾ ਡਲ ਹੋ ਗਏ, ਮੈਨੂੰ ਪੜ੍ਹਨਾ ਨਹੀਂ ਆਉਂਦਾ, ਸਹਿਜ ਪਾਠ ਤੁਹਾਨੂੰ ਅੰਦਰ ਤਾਕਤ ਦੇਗਾ। ਤੁਸੀਂ ਕਿਉਂ ਨਲਾਇਕ ਕਿਉਂ ਹੈ ਤੂੰ? ਆ ਦੇਖ, ਸਹਿਜ ਪਾਠ ਕਰਕੇ ਦੁਨੀਆ ਵਿੱਚ ਕਿਵੇਂ ਮੱਲਾਂ ਮਾਰੀਆਂ। ਬਾਣੀ ਬੇਟਾ ਭਿਖਾਰੀ ਤੋਂ ਰਾਜਾ ਬਣਾ ਦਿੰਦੀ, ਚੇਤਾ ਰੱਖਿਓ। ਬਾਣੀ ਜਿਹੜੀ ਆ ਭਿਖਾਰੀ ਤੋਂ ਰਾਜਾ ਬਣਾ ਦਿੰਦੀ ਹੈ, ਜਿਹਦੇ ਕੋਲ ਬਾਣੀ ਨਹੀਂ ਉਹ ਰਾਜੇ ਤੋਂ ਭਿਖਾਰੀ ਬਣ ਜਾਂਦਾ ਹੈ। ਬਸ ਇੰਨੀਆਂ ਗੱਲਾਂ ਕਹਿਣ ਦਾ ਮੈਂ ਖਿਮਾ ਦਾ ਜਾ ਚੁੱਕਿਆ। ਫਿਰ ਇੱਕ ਵਾਰੀ ਸਾਰੀ ਹੀ ਟੀਮ ਦਾ, ਐਜੂਕੇਸ਼ਨ ਪੰਜਾਬ ਪ੍ਰੋਜੈਕਟ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ। ਤੇ ਧੰਨਵਾਦ ਕਰਦਾ ਭੈਣ ਜਸਪ੍ਰੀਤ ਕੌਰ ਜੀ ਦਾ, ਔਰ ਤੁਹਾਡੇ ਸਾਰੇ ਹੀ ਬੱਚਿਆਂ ਦਾ, ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਬੈਠ ਕਰਕੇ ਇਸ ਜ਼ੂਮ ਐਪ ਦੇ ਮਾਧਿਅਮ ਰਾਹੀਂ, ਇੰਟਰਨੈਟ ਦੇ ਮਾਧਿਅਮ ਰਾਹੀਂ ਦਾਸ ਨੂੰ ਸੁਣਿਆ। ਭੁੱਲਾਂ ਚੁੱਕਾਂ ਦਾਸ ਦੀ ਝੋਲੀ ਚ ਪਾ ਦਿਓ। ਜੇ ਕੋਈ ਸਵਾਲ ਹੋਵੇ, ਜਿਸ ਮੈਂ ਯੋਗ ਹੋਇਆ ਤੇ ਮੈਂ ਤੁਹਾਨੂੰ ਜ਼ਰੂਰ ਉਸ ਸਵਾਲ ਦਾ ਉੱਤਰ ਦੇਵਾਂਗਾ। ਹਾਂ, ਯੋਗ ਨਾ ਹੋਇਆ ਤੇ ਮੈਂ ਖਿਮਾ ਦਾ ਜਾ ਚੁੱਕਿਆ। ਤੇ ਤੁਸੀਂ ਜੇ ਕੋਈ ਸਵਾਲ ਹੈਗਾ ਤੇ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਭੁੱਲਾਂ ਚੁੱਕਾਂ ਦਾਸ ਦੀ ਝੋਲੀ ਚ ਪਾਉਂਦੇ ਹੈ, ਗੱਜ ਕੇ ਫਤਿਹ ਬਣਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ, ਆਪ ਜੀ ਨੇ ਬੜੇ ਸੋਹਣੇ ਵਿਚਾਰ ਜਿਹੜੇ ਰੱਖੇ ਨੇ ਬੱਚਿਆਂ ਦੇ ਸਾਹਮਣੇ। ਆਸ ਕਰਦੇ ਹਾਂ ਜ਼ਰੂਰ ਵਿਦਿਆਰਥੀਆਂ ਨੇ ਨਾਲ ਸੁਣਿਆ ਜੀ ਹੋਣਗੇ। ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਸਾਡੇ ਆਉਣ ਵਾਲੇ, ਜਿਹੜਾ ਆਪਾਂ ਕਹਿੰਦੇ ਆ ਨਾ ਕਿ ਅਸੀਂ ਜਿੱਦਾਂ UPSC ਦੇ ਐਗਜ਼ਾਮਸ ਕਲੀਅਰ ਕਰਨੇ, ਉਹਦੇ ਵਿੱਚ ਇਹ ਜਿਹੜੀ ਹਿਸਟਰੀ ਹੈ ਸਾਨੂੰ ਬੜੀ ਇੰਪੋਰਟੈਂਟ ਹੁੰਦੀ ਹੈ, ਇੱਕ ਪਾਰਟ ਹੁੰਦਾ ਹੈ। ਸੋ ਜ਼ਰੂਰ ਅਸੀਂ ਇਹ ਹਿਸਟਰੀ ਜਿਹੜੀ ਆਪਣੀ ਟਾਈਮ ਟੂ ਟਾਈਮ ਲਰਨ ਕਰਦੇ ਰਹੀਏ। ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਦਾ ਕਿ ਹਰ ਵਾਰੀ ਬੇਨਤੀ ਨੂੰ ਪ੍ਰਵਾਨ ਕਰਦੇ ਨੇ। ਸੋ ਅਮਰਿੰਦਰ ਸਿੰਘ ਜੀ 13-303 ਇਹਨਾਂ ਦਾ ਹੱਥ ਖੜਾ, ਮੈਂ ਬੇਨਤੀ ਕਰਾਂਗੀ ਆਪਣੇ ਆਪ ਨੂੰ ਅਨਮਿਊਟ ਕਰ ਲੈਣ। ਤੇ ਹੋਰ ਵੀ ਅਗਰ ਕਿਸੇ ਦਾ ਸਵਾਲ ਹੈ
ਤਾਂ ਉਹ ਹੱਥ ਖੜਾ ਕਰ ਸਕਦੇ ਨੇ, ਜਾਂ ਕਿਸੇ ਨੂੰ ਕੋਈ ਵਿਚਾਰ ਦੇਣਾ ਤਾਂ ਹੱਥ ਖੜਾ ਕਰ ਸਕਦੇ ਨੇ। ਅਸੀਂ 5 ਵਜੇ ਪੂਰੇ ਇਸ ਕੈਂਪ ਦੀ ਸਮਾਪਤੀ ਕਰ ਦਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਿੰਦਰ ਸਿੰਘ ਜੀ। ਵੀਰ ਜੀ ਮੇਰੀ ਆਵਾਜ਼ ਠੀਕ ਆਉਂਦੀ ਹੈ ਜੀ? ਹਾਂ ਹਾਂ ਬਿਲਕੁਲ, ਚੜ੍ਹਦੀ ਕਲਾ, ਬਹੁਤ ਵਧੀਆ। ਵੀਰ ਜੀ ਮੇਰਾ ਸਵਾਲ ਸੀਗਾ ਵੀ ਤੁਸੀਂ ਐਂਡ ਦੇ ਵਿੱਚ ਕਿਹਾ ਵੀ ਜਿਹੜਾ ਬੰਦਾ ਬਾਣੀ ਪੜ੍ਹਦਾ ਉਹ ਭਿਖਾਰੀ ਤੋਂ ਰਾਜਾ ਵੀ ਬਣ ਜਾਂਦਾ, ਤੇ ਜਿਹਦੇ ਕੋਲ ਬਾਣੀ ਨਹੀਂ ਹੈਗੀ ਉਹ ਰਾਜੇ ਤੋਂ ਭਿਖਾਰੀ ਵੀ ਬਣ ਜਾਂਦਾ, ਹਨਾ ਜੀ? ਐਂ ਕਿਹਾ ਤੁਸੀਂ। ਜੀ ਜੀ ਬਟ ਸਰ ਆਪਾਂ ਦੇਖਦੇ ਹਾਂ ਵੀ ਵਰਲਡ ਦੇ ਵਿੱਚ ਜਿਹੜੀਆਂ ਬਾਹਰਲੀ ਕੰਟਰੀਜ਼ ਨੇ ਉੱਥੇ ਪੰਜਾਬ 'ਚ ਆਪਾਂ ਕਹਿ ਸਕਦੇ ਹਾਂ ਵੀ ਪੰਜਾਬੀਆਂ ਕੋਲੇ ਵੱਧ ਬਾਣੀ ਆ, ਪੰਜਾਬੀ ਵੱਧ ਬਾਣੀ ਪੜ੍ਹਦੇ ਨੇ, ਹਨਾ ਜੀ? ਵੀ ਜਿਹੜੇ ਬਾਹਰਲੇ ਲੋਕ ਨੇ ਉਹ ਪੰਜਾਬੀਆਂ ਨਾਲੋਂ ਵੱਧ ਅਮੀਰ ਨੇ, ਵੱਧ ਖੁਸ਼ਹਾਲ ਦੀ ਜ਼ਿੰਦਗੀ ਜਿਉਂਦੇ ਨੇ, ਵੀ ਨਾ ਤਾਂ ਉਹ ਬਾਣੀ ਪੜ੍ਹਦੇ ਨੇ। ਵੀ ਇਹਦੇ ਪਿੱਛੇ ਕੀ ਰੀਜ਼ਨ ਹੋਇਆ ਜੀ? ਹਾਂਜੀ, ਬਹੁਤ ਸੋਹਣਾ ਸਵਾਲ ਹੈ ਅਮਰਿੰਦਰ ਸਿੰਘ ਜੀ ਤੁਹਾਡਾ। ਦੇਖੋ, ਦੋ ਚੀਜ਼ਾਂ ਆ, ਗੁਰਬਾਣੀ ਦਾ ਪ੍ਰਮਾਣ ਹੈ, ਮੈਂ ਤੁਹਾਡੇ ਸਾਹਮਣੇ ਰੱਖਦਾ। ਪਾਤਸ਼ਾਹ ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ। ਠੀਕ ਹੈ, ਸਾਨੂੰ ਬਾਹਰੀ ਤੌਰ ਤੇ ਲੱਗਦਾ ਵੇਖਣ ਵਾਲਾ ਕਿ ਬੜਾ ਸੁਖੀ ਹੈ ਬੰਦਾ, ਹਨਾ? ਪਰ ਗੁਰਪਿਤਾ ਕੀ ਕਹਿੰਦੇ? ਅੰਤਰ ਚਿੰਤਾ ਨੈਣੀ ਸੁਖੀ। ਵੇਖਣ ਨੂੰ ਸੁੱਖ ਲੱਗਦਾ ਆ, ਪਰ ਉਸ ਬੰਦੇ ਨੂੰ ਪੁੱਛ ਕੇ ਦੇਖੋ, ਭਾਵੇਂ ਉਹ ਅਮੀਰ ਦੇਸ਼ ਆ, ਪਰ ਉਹਨਾਂ ਅਮੀਰ ਦੇਸ਼ਾਂ ਦੇ ਅੰਦਰ ਸ਼ਾਂਤੀ ਨਹੀਂ ਹੈਗੀ। ਉਹ ਸ਼ਾਂਤੀ ਲੱਭਣ ਦੇ ਲਈ ਕੀ ਕਰਦੇ ਆ? ਉਹਨਾਂ ਨੇ ਸਾਰੇ ਧਰਮ ਗ੍ਰਹਿਣ ਕੀਤੇ ਆ ਵਿਦੇਸ਼ਾਂ ਦੇ ਵਿੱਚ ਜਿਹੜੇ ਰਹਿ ਰਹੇ। ਅਖੀਰ ਜਦੋਂ ਉਹਨਾਂ ਨੇ ਸਿੱਖ ਧਰਮ ਗ੍ਰਹਿਣ ਕੀਤਾ ਆ, ਉਹ ਕਹਿੰਦੇ ਨਹੀਂ, ਹੁਣ ਸ਼ਾਂਤੀ ਮਿਲੀ ਅੰਦਰ। ਜਦੋਂ ਬਾਣੀ ਪੜ੍ਹਦੇ ਆ ਉਹਨਾਂ ਨੂੰ ਅੰਤਰੀਵੀ ਤੌਰ ਤੇ ਸ਼ਾਂਤੀ ਮਿਲਦੀ ਹੈ। ਬੇਟਾ, ਪੈਸੇ ਨਾਲ ਅਮੀਰੀ ਨਹੀਂ ਆ। ਭਿਖਾਰੀ ਤੋਂ ਰਾਜਾ ਕਿਵੇਂ ਬਣਦਾ ਆ? ਅੰਦਰ ਦੀ ਅਮੀਰਤਾ ਹੈ। ਜਦੋਂ ਅੰਦਰ ਦੀ ਅਮੀਰਤਾ ਆ ਤੇ ਬੰਦੇ ਕੋਲੋਂ ਸਭ ਕੁਝ, ਫਿਰ ਚੀਜ਼ਾਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ, ਫਿਰ ਇਹ ਚੀਜ਼ਾਂ ਮਗਰ ਮਗਰ ਤੁਰਦੀਆਂ। ਜਿਹੜੀਆਂ ਚੀਜ਼ਾਂ ਦੀ ਨਹੀਂ ਵੀ ਲੋੜ ਹੁੰਦੀ ਉਹ ਵੀ ਧੱਕੇ ਨਾਲ ਕਹਿੰਦੀਆਂ ਨਹੀਂ, ਮੈਂ ਤੇਰੇ ਕੋਲ ਆ ਕੇ ਮੁਕਤ ਹੋਣਾ। ਪਰ ਜਦੋਂ ਬੰਦੇ ਕੋਲ ਸਾਰੀਆਂ ਚੀਜ਼ਾਂ ਹੋਣ, ਅੰਦਰ ਸੁਖੀ ਨਾ ਹੋਵੇ, ਫਿਰ ਬੰਦੇ ਨੂੰ ਮਿੱਠਾ ਵੀ ਪਿਆ ਹੁੰਦਾ ਉਹ ਵੀ ਜ਼ਹਿਰ ਲੱਗਦਾ। ਡਾਕਟਰ ਕਹਿੰਦਾ ਇਹ ਖਾ ਹੀ ਨਹੀਂ ਸਕਦਾ ਕਿਉਂਕਿ ਇਹਦੇ ਵਿੱਚ ਹੁਣ ਤੈਨੂੰ ਸ਼ੂਗਰ ਹੋ ਗਈ, ਹੁਣ ਨਹੀਂ ਤੂੰ ਖਾ ਸਕਦਾ। ਸਾਹਮਣੇ ਪਈ ਚੀਜ਼ ਆ, ਅਮੀਰ ਬਹੁਤ ਹੈ, ਸਾਨੂੰ ਵੇਖਣ ਨੂੰ ਲੱਗਦਾ ਉਹ ਬੰਦਾ ਅਮੀਰ ਹੈ, ਉਹਦੇ ਕੋਲ ਧਨ ਦੌਲਤ ਹੈ, ਪਰ ਉਹ ਸੁਖੀ ਨਹੀਂ ਹੈਗਾ। ਗੁਰਬਾਣੀ ਸਾਨੂੰ ਉਹ ਸੁਖੀ ਕਰ ਜੀ। ਜੀ ਨੈਕਸਟ ਹੈਂਡਲ ਇਜ਼ 16374 16375 ਮੋਗਾ। ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਸਰ, ਮੇਰਾ ਇੱਕ ਕੁਐਸਚਨ ਹੈ ਕਿ ਸ਼ਾਮ ਸਿੰਘ ਜਿਹੜਾ ਸੀ ਉਹ ਕਿੱਥੇ ਸ਼ਹੀਦ ਹੋਇਆ ਸੀ? ਸ਼ਾਮ ਸਿੰਘ ਹੋਇਆ ਜੀ ਗੁਰੂ ਕੇ ਬਾਗ ਦੇ ਮੋਰਚੇ ਵਿੱਚ। ਓਕੇ ਸਰ। 97 ਡਾਂਗਾ ਵੱਜੀਆਂ ਸੀ ਉਹਦੇ, 97 ਡਾਂਗਾ। ਹਾਂਜੀ, ਠੀਕ ਹੈ। ਠੀਕ ਹੈ। ਹਾਂਜੀ, ਹੁਸਨਪ੍ਰੀਤ ਕੌਰ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣੇ ਸਰ, ਤੁਸੀਂ ਜਿਵੇਂ ਕਿਹਾ ਨਹੀਂ ਸਰ, ਜਿਵੇਂ ਆਪਾਂ ਨੇ ਸਿੱਖਾਂ ਨੂੰ ਮਤਲਬ ਸਿਖਾਇਆ ਵੀ ਜੁਰਮ ਨਹੀਂ ਕਰਨੀ, ਗੋਰੇ ਆਉਂਦੇ ਵੀ ਉਹਨਾਂ ਦੇ ਏਦਾਂ ਵਿੱਚ ਏਦਾਂ ਗਿਆਨ ਹੁੰਦਾ ਸੀ ਵੀ ਉਹ ਇੱਕ ਵੀ ਸੋਚਦੇ ਸੀ ਵੀ ਜੁਰਮ ਕਰਨਾ ਬੁਰੀ ਗੱਲ ਆ, ਏਦਾਂ। ਮੈਨੂੰ ਆਵਾਜ਼ ਸਹੀ ਸੁਣੀ ਨਹੀਂ ਦੇ ਰਹੀ, ਕੀ ਕਿਹਾ? ਬੱਚੇ ਜਿਵੇਂ ਮਤਲਬ ਵੀ ਆਪਾਂ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਖਾਇਆ ਜਾਂਦਾ ਵੀ ਹਨਾ, ਧੀ ਭੈਣ ਤੋਂ ਜੁਰਮ ਨਹੀਂ ਕਰਨਾ, ਵੀ ਨਿਰਦੋਸ਼ ਤੇ ਜਿਵੇਂ ਆਪਣੇ ਹੁੰਦੇ ਸੀਗੇ ਵੀ ਉਹਨਾਂ ਨੂੰ ਮਤਲਬ ਦੇ ਵਿੱਚ ਗਿਆਨ ਮਤਲਬ ਵੀ ਦੇ ਹੱਥ ਸੀ ਕੰਮ ਕਰਦੇ, ਜਿਵੇਂ ਉਹ ਆਪਣੇ ਤੇ ਅਤਿਆਚਾਰ ਕਰਦੇ ਸੀ। ਮੈਨੂੰ ਥੋੜਾ ਪਤਾ ਲੱਗ ਗਿਆ, ਅੱਗੇ ਨਹੀਂ ਪਤਾ ਲੱਗਿਆ ਮੈਨੂੰ ਕਿ ਸਿੱਖ ਕੌਮ ਵਾਲੇ ਕਿਸੇ ਗਰੀਬ ਤੇ ਔਰਤ ਦੇ ਹੱਥ ਨਹੀਂ ਚੁੱਕਦੇ, ਹਨਾ? ਇਹੀ ਗੱਲ ਕਰ ਰਹੇ ਹੋ ਨਾ ਤੁਸੀਂ? ਹਾਂਜੀ ਬਾਬਾ, ਵੀ ਜਿਵੇਂ ਹੁਣ ਹੁੰਦੇ ਆ ਆਪਣੇ ਆਏ ਸੀ ਇੱਥੇ ਤੇ ਉਹਨਾਂ ਨੇ ਮਤਲਬ ਵੀ ਆਪਣੇ ਤੇ ਇੰਨਾ ਜੁਰਮ ਕੀਤੇ, ਮਤਲਬ ਉਹਨਾਂ ਦੇ ਆਏ ਹੱਥ ਨਹੀਂ ਸੀ ਕੰਬਦੇ, ਜਾਂ ਫਿਰ ਉਹਨਾਂ ਨੂੰ ਬਾਈਬਲ ਜਿੱਦਾਂ। ਜੀ ਮੈਂ ਸਮਝ ਗਿਆ ਤੁਹਾਡੀ ਗੱਲ, ਕੀ ਕਹਿਣਾ ਚਾਹੁੰਦੇ ਹੋ। ਹਾਂ ਬੇਟਾ, ਦੇਖੋ, ਜਿਹੜਾ ਜ਼ੁਲਮ ਕਰਨ ਵਾਲਾ ਹੈ ਨਾ, ਉਹਨੂੰ ਤਾਂ ਹੀ ਉਹ ਜ਼ੁਲਮ ਹਥਿਆਰਾ ਕਿਹਾ ਜਾਂਦਾ ਨਾ, ਕਿਉਂਕਿ ਉਹਦੇ ਅੰਦਰ ਜਿਹੜੇ ਆ ਉਹ ਚੀਜ਼ ਹੈ ਹੀ ਨਹੀਂ ਹੈ। ਠੀਕ ਹੈ ਜੀ, ਉਹਦੇ ਅੰਦਰ ਜ਼ੁਲਮ ਕਰਨ ਵਾਲੇ ਅੰਦਰ ਔਰਤ ਮਰਦ ਦਾ ਫਰਕ ਹੀ ਨਹੀਂ ਹੈਗਾ। ਜਿਹਨੇ ਜ਼ੁਲਮ ਕਰਨਾ ਆ ਉਹਨੇ ਕਦੀ ਨਹੀਂ ਵੇਖਣਾ ਕਿ ਜਿਹੜਾ ਸਾਹਮਣੇ ਵਾਲਾ ਆ ਉਹ ਜਿਹੜਾ ਔਰਤ ਹੈ ਜਾਂ ਦੂਜਾ ਹੈ। ਜ਼ੁਲਮ ਕਰਨ ਵਾਲੇ ਨੇ ਸਿਰਫ ਜ਼ੁਲਮ ਕਰਨਾ ਹੈ। ਉਹ ਬਾਈਬਲ ਨੂੰ ਪੜ੍ਹਦਾ ਤੇ ਨਾ ਪੜ੍ਹਨ ਦੇ ਬਰਾਬਰ ਹੈ। ਹੁਣ ਕਈ ਵੇਖੋ, ਆਪਾਂ ਤੁਸੀਂ ਵੇਖਿਆ ਹੋਣਾ 4 ਚੁਫੇਰੇ ਅੰਮ੍ਰਿਤਧਾਰੀ ਹੋ ਕੇ ਵੀ ਕਈ ਝੂਠ ਬੋਲਦੇ ਆ।
ਇਹਦਾ ਮਤਲਬ ਕਿ ਬਾਣੀ ਪੜ੍ਹ ਕੇ ਵੀ ਕੰਮ ਹੁੰਦਾ ਹੈ, ਇਹਦਾ ਮਤਲਬ ਬਾਣੀ ਨੂੰ ਅਮਲ 'ਚ ਨਹੀਂ ਲਿਆਂਦਾ। ਜਿਨ੍ਹਾਂ ਨੇ ਅਮਲ 'ਚ ਲਿਆਂਦਾ ਹੈ ਬਾਣੀ ਨੂੰ, ਜਿਨ੍ਹਾਂ ਨੇ ਬਾਣੀ ਨੂੰ ਜੀਆ, ਹੁਣ ਇੱਕ ਬਾਣੀ ਕਰਕੇ ਜਿੰਦੇ ਆ, ਇੱਕ ਬਾਣੀ ਨੂੰ ਜਿਉਂਦੇ ਆ, ਹਨਾ, ਦੋ ਚੀਜ਼ਾਂ ਹੈ ਨਾ। ਬਾਣੀ ਕਰਕੇ ਜਿਉਣਾ, ਇਹ ਪਾਠੀ ਆ ਗੁਰਦੁਆਰਾ ਸਾਹਿਬ ਦੇ, ਗ੍ਰੰਥੀ ਆ ਗੁਰਦੁਆਰਾ ਸਾਹਿਬ ਦੇ, ਨੌਕਰੀ ਕਰਕੇ ਮੈਂ ਭਰਤੀ ਹੋਇਆ, ਬਾਣੀ ਕਰਕੇ। ਬਾਣੀ ਨੂੰ ਜਿਉਣਾ, ਠੀਕ ਹੈ, ਉਹ ਵੱਖਰਾ ਆ। ਬਾਈਬਲ ਨੂੰ ਜਿਉਣਾ, ਇਵੇਂ ਦੇ ਕ੍ਰਿਸਚਨ ਬਹੁਤ ਘੱਟ ਮਿਲਣਗੇ, ਬਾਣੀ ਕਰਕੇ ਕ੍ਰਿਸਚਨ ਬਹੁਤ ਹੈ। ਇਹ ਬੇਨਤੀ ਜੀ। ਹਾਂਜੀ, ਹੋਰ ਕਿਸੇ ਦਾ ਸਵਾਲ ਨਹੀਂ ਹੈਗਾ? ਨਹੀਂ ਵੀਰ ਜੀ, ਧੰਨਵਾਦ ਆਪ ਜੀ ਦਾ। ਆਪ ਜੀ ਨੇ ਸਵਾਲਾਂ ਦੇ ਜਵਾਬ ਬੜੇ ਵਧੀਆ ਢੰਗ ਨਾਲ ਬੱਚਿਆਂ ਨੂੰ ਸੈਟੀਸਫਾਈ ਕੀਤਾ, ਉਹਨਾਂ ਤੇ ਜੋ ਸਵਾਲ ਸਨ ਉਹਨਾਂ ਨੂੰ ਜਵਾਬ ਦਿੱਤਾ ਉਹਨਾਂ ਦਾ। ਸੋ ਅਸੀਂ ਆਸ ਕਰਦੇ ਹਾਂ ਸਾਰੇ ਬੱਚਿਆਂ ਨੇ ਜਿਹੜੇ ਅੱਜ ਦੇ ਕੈਂਪ ਦੇ ਨੋਟਸ ਬਣਾਏ ਹੋਣਗੇ, ਜ਼ਰੂਰ ਇਹਨਾਂ ਨੂੰ ਟਾਈਮ ਟੂ ਟਾਈਮ ਰਿਵਾਈਜ਼ ਕਰੀਏ ਜੀ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਖਾਸ ਤੌਰ ਤੇ ਧੰਨਵਾਦ ਭਾਈ ਅਮਰ ਸਿੰਘ ਜੀ ਦਾ ਫਿਰ ਤੋਂ ਕਰਦੇ ਹਾਂ ਜੀ, ਹਰ ਵਾਰੀ ਬੇਨਤੀ ਨੂੰ ਪ੍ਰਵਾਨ ਕਰਕੇ ਬੱਚਿਆਂ ਨੂੰ ਸੇਧ ਦਿੰਦੇ ਨੇ, ਤੇ ਆਸ ਕਰਦੇ ਹਾਂ ਕਿ ਬੱਚੇ ਅਗਲੀ ਵਾਰ ਵੀ ਇਸੇ ਤਰ੍ਹਾਂ ਜੁੜਨਗੇ। ਔਰ ਇੱਕ ਅਨਾਉਂਸਮੈਂਟ ਹੈ ਸਾਰੇ ਬੱਚਿਆਂ ਦੇ ਲਈ ਕਿ ਨੈਕਸਟ ਸੰਡੇ ਇੱਕ ਸਪੈਸ਼ਲ ਸੈਸ਼ਨ ਹੋ ਰਿਹਾ ਕਮਿਊਨੀਕੇਸ਼ਨ ਸਕਿੱਲਸ ਦੇ ਉੱਪਰ, ਜੋ ਕਿ 4 ਤੋਂ 5 ਨਹੀਂ ਹੋਏਗਾ, 4 ਤੋਂ 5 ਰੈਗੂਲਰ ਕੈਂਪ ਹੋਏਗਾ। ਕਮਿਊਨੀਕੇਸ਼ਨ ਸਕਿੱਲਸ ਦਾ ਜਿਹੜਾ ਸੈਸ਼ਨ ਹੈ ਉਹ ਵੱਡੇ ਬੱਚਿਆਂ ਦੇ ਲਈ ਹੈ, 9th ਐਂਡ ਅਬਵ। ਸੋ ਜਿਹੜੇ ਵੀ ਬੱਚੇ ਨੇ ਉਹ ਜ਼ਰੂਰ ਉਹ ਜੁਆਇਨ ਕਰਨ, ਕਿਉਂਕਿ ਅੱਜ ਕੱਲ ਜਿਹੜਾ ਹੈਗਾ ਕਮਿਊਨੀਕੇਸ਼ਨ ਸਕਿੱਲਸ ਜਿਹੜੀਆਂ ਸੌਫਟ ਸਕਿੱਲਸ ਹੈ ਬੜੀਆਂ ਇੰਪੋਰਟੈਂਟ ਨੇ ਲਾਈਫ ਦੇ ਵਿੱਚ। ਸੋ ਉਹਨਾਂ ਨੂੰ ਅਸੀਂ ਕਿਵੇਂ ਸਿੱਖਣਾ ਹੈ, ਕਿਵੇਂ ਉਹਨਾਂ ਨੂੰ ਅਪਲਾਈ ਕਰਨਾ ਹੈ, ਸੋ ਉਹਦੇ ਲਈ ਇਹ ਵਾਲਾ ਸੈਸ਼ਨ ਜ਼ਰੂਰ ਤੁਸੀਂ ਅਟੈਂਡ ਕਰਨਾ ਜੀ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਿਰ ਇੱਕ ਵਾਰੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਭੈਣ ਜੀ ਦਾ ਧੰਨਵਾਦ, ਸਾਰਿਆਂ ਦਾ ਧੰਨਵਾਦ ਕਰਦਾ, ਦਾਸ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਜੀ ਕਿ ਸਾਰੇ ਬੱਚਿਆਂ ਨੂੰ ਇਹ ਜਿਹੜੀ ਇਨਫੋਰਮੇਸ਼ਨ ਹੈ ਕਿ ਅਗਲਾ ਕੈਂਪ ਕਦੋਂ ਹੋਏਗਾ, ਤੇ ਉਹ ਤੁਹਾਨੂੰ ਅਸੀਂ ਕੈਂਪ ਗਰੁੱਪ ਦੇ ਵਿੱਚ ਪਾ ਦਾਂਗੇ ਜੀ, ਮੈਸੇਜ ਕਰ ਦਾਂਗੇ। ਤੇ ਹਜੇ ਵੀ ਕੋਈ ਅਗਰ ਐਸਾ ਵਿਦਿਆਰਥੀ ਹੈ ਜਾਂ ਕੋਈ ਸੰਗਤ ਵਿੱਚੋਂ ਵੀਰ ਭੈਣ ਹੈ ਜਿਹੜੇ ਕੈਂਪ ਗਰੁੱਪ ਦੇ ਵਿੱਚ ਐਡ ਨਹੀਂ ਹੈਗੇ, ਗੁਰਮਤ ਕੈਂਪ 1 2 3 ਕੋਈ ਵੀ ਇੱਕ ਗਰੁੱਪ ਦੇ ਵਿੱਚ ਐਡ ਨਹੀਂ ਹੋਣਾ ਚਾਹੁੰਦੇ ਨੇ, ਤਾਂ ਕਿਰਪਾ ਕਰਕੇ ਜਿਹੜਾ ਆਪਣਾ ਨੰਬਰ ਹੈ ਉਹ ਸਾਨੂੰ ਮੈਸੇਜ ਕਰ ਦੇਣ। ਮੈਸੇਜ ਕਰਨ ਦੇ ਲਈ ਜੋ ਨੰਬਰ ਹੈ ਉਹ ਮੈਂ ਤੁਹਾਨੂੰ ਬੋਲ ਦਿੰਨੀ ਆ ਜੀ। ਸੋ ਉਸ ਨੰਬਰ ਤੇ ਤੁਸੀਂ ਮੈਸੇਜ ਕਰ ਦੇਣਾ ਜੀ, WhatsApp ਕਰ ਦੇਣਾ, ਤੁਹਾਨੂੰ ਉਹਦੇ ਵਿੱਚ ਐਡ ਕਰ ਲਿਆ ਜਾਏਗਾ ਜੀ। ਨੰਬਰ ਹੈਗਾ ਜੀ 7888491761, 7888491761, 7888 491 761, 7888 491 761। ਸੋ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।